ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ ਜੋ ਸ਼ਾਮ ਦੇ ਸਮੇਂ ਮਹਾਰਾਜ ਨੇ ਸਤਸੰਗ ਘੜੀਆਂ ਬਖਸ਼ੀਆਂ ਹਨ। ਵਡਭਾਗੀ ਮਾਈ ਭਾਈ ਜੋ ਗੁਰੂ ਇਤਿਹਾਸ ਦੀ ਕਥਾ ਚੱਲ ਰਹੀ ਹੈ, ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਫਲ ਕਰ ਰਹੇ ਹੋ, ਲਾਹੇ ਪ੍ਰਾਪਤ ਕਰ ਰਹੇ ਹੋ। ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਤਰੇਹਣ ਬੰਸ, ਜਿਨ੍ਹਾਂ ਦੁਆਰਾ ਰਚਿਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਹੈ, ਕੱਲ ਆਪਾਂ ਲੜੀ ਤਹਿਤ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਜੀਵਨ ਦਾ ਇਹ ਪ੍ਰਸੰਗ ਕਿ ਕਿਵੇਂ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਇਹ ਕਿਹਾ ਕਿ ਆਪਣਾ ਪਰਿਵਾਰ ਹੁਣ ਤੁਸੀਂ ਇੱਥੇ ਗੋਇੰਦਵਾਲ ਸਾਹਿਬ ਵਿਖੇ ਲੈ ਆਓ। ਮਹਾਰਾਜ ਨੇ ਸਭ ਪਰਿਵਾਰ ਨੂੰ ਇੱਥੇ ਲਿਆਂਦਾ ਹੈ। ਇਧਰ ਗੁਰੂ ਸਾਹਿਬ ਜੀ ਉਸ ਸਮੇਂ ਗੁਰੂ ਅਮਰਦਾਸ ਮਹਾਰਾਜ ਸੇਵਕ ਦੇ ਰੂਪ ਵਿੱਚ ਸੇਵਾ ਕਰਦੇ ਗੋਇੰਦਵਾਲ ਸਾਹਿਬ ਵਿਖੇ ਸਨ। ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਮਹਾਰਾਜ ਖਡੂਰ ਸਾਹਿਬ ਭਾਗ ਲਾ ਰਹੇ ਨੇ, ਤਾਂ ਇੱਥੋਂ ਦਾ ਇੱਕ ਜੋਗੀ ਸੀ ਜਿਹਨੂੰ ਲੋਕੀ ਤਪਾ ਗੁਰੂ ਕਹਿੰਦੇ ਸਨ। ਬਾਰਿਸ਼ ਨਾ ਪਈ ਤੇ ਲੋਕ ਉਹਦੇ ਕੋਲ ਇਕੱਠੇ ਹੋ ਕੇ ਗਏ। ਉਹ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੇ ਨਾਲ ਈਰਖਾ ਕਰਦਾ ਹੁੰਦਾ ਸੀ। ਉਹਨੂੰ ਬਹਾਨਾ ਮਿਲ ਗਿਆ, ਕਹਿੰਦਾ ਮੀਂਹ ਨਹੀਂ ਪੈ ਸਕਦਾ ਕਿਉਂਕਿ ਮੈਂ ਸਭ ਕੁਝ ਦਾ ਪਤਾ ਕਰ ਲਿਆ। ਮੀਂਹ ਤਾਂ ਨਹੀਂ ਪੈ ਰਿਹਾ, ਇੱਥੇ ਗ੍ਰਸਤੀ ਦੀ ਪੂਜਾ ਹੋਣ ਲੱਗ ਗਈ। ਉਹ ਖੱਤਰੀ ਹੈ, ਫੇਰ ਗ੍ਰਸਤੀ ਹੈ। ਜੇ ਉਹਨੇ ਪੂਜਾ ਕਰਵਾਉਣੀ ਹੈ ਤਾਂ ਫਿਰ ਸੰਸਾਰੀ ਬਾਣਾ ਲਾ ਕੇ, ਭਗਵਾ ਬਾਣਾ ਪਾ ਕੇ ਘਰ ਪਰਿਵਾਰ ਨੂੰ ਤਿਆਗੇ।
ਜੇ ਹੁਣ ਤੁਸੀਂ ਮੀਂਹ ਪਵਾਉਣਾ ਤੇ ਇਹੀ ਹੱਲ ਹੈ ਕਿ ਉਹਨਾਂ ਨੂੰ ਕਹੋ ਇੱਥੋਂ ਪਿੰਡ ਚੋਂ ਚਲੇ ਜਾਣ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਖਾਨ ਛਾਪਰੀ ਵਾਲੇ ਸਥਾਨ ਤੇ ਚਲੇ ਗਏ। ਭਾਈ ਜੇ ਸਾਡੇ ਜਾਣ ਨਾਲ ਤੁਹਾਨੂੰ ਸੁੱਖ ਮਿਲਦਾ ਅਸੀਂ ਚਲੇ ਜਾਂਦੇ। ਮੀਂਹ ਫਿਰ ਵੀ ਨਾ ਪਿਆ, ਲੋਕ ਦੁਖੀ ਨੇ। ਇਹਨੂੰ ਕਿਤੇ ਗੁਰੂ ਅਮਰਦਾਸ ਮਹਾਰਾਜ ਆਏ, ਉਹਨਾਂ ਵੇਖਿਆ ਸਤਿਗੁਰੂ ਨਹੀਂ ਹਨ। ਪੁੱਛਣ ਤੇ ਸਾਰਾ ਕੁਝ ਦੱਸਤਾ। ਖੈਰੇ ਗੋਤ ਦੇ ਬਹੁਤੇ ਜ਼ਿਮੀਂਦਾਰ ਸਨ, ਕਰਸਾਨ ਚਿੰਤਾ ਵਿੱਚ ਨੇ ਕਿ ਮਹਾਰਾਜ ਨੂੰ ਵੀ ਨਗਰ ਵਿੱਚੋਂ ਜਾਣ ਨੂੰ ਕਹਿਤਾ। ਬਾਰਿਸ਼ ਫਿਰ ਨਹੀਂ ਹੋ ਰਹੀ ਹੈ, ਬਹੁਤ ਦੁਖੀ ਵੀ ਨੇ। ਉਦੋਂ ਨੂੰ ਮਹਾਰਾਜ ਗੁਰੂ ਅਮਰਦਾਸ ਜੀ ਜਾ ਵੜੇ, ਸਾਰੀ ਗੱਲ ਪੁੱਛੀ। ਕਹਿੰਦੇ ਭਾਈ ਵੀ ਮੀਂਹ ਤਾਂ ਪੈ ਜੂ, ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਤੁਸੀਂ ਜੋਗੀ ਨੂੰ ਕਹੋ ਵੀ ਜਿੱਥੇ ਵੀ ਉਹ ਗੇੜਾ ਦੇ ਦੂ ਨਾ ਜਿਹੜੇ ਖੇਤ ਵਿੱਚ, ਉੱਥੇ ਬਾਰਿਸ਼ ਹੋ ਜੂ। ਜੇ ਸਾਡੀ ਗੱਲ ਦਾ ਯਕੀਨ ਨਹੀਂ ਉਹ ਕਰੋ, ਉਹਨੂੰ ਇੱਕ ਵਾਰੀ ਡੇਰੇ ਚੋਂ ਬਾਹਰ ਕੱਢ ਲਓ, ਉਦੋਂ ਹੀ ਦੇਖਿਓ ਬੱਦਲ ਉੱਠਦਾ। ਹੁਣ ਗੁਰੂ ਦੇ ਸੇਵਕ ਵਿੱਚ ਹੀ ਇੰਨੀ ਵੱਡੀ ਤਾਕਤ ਹੈ ਕਿ ਜਾਵੜੇ ਲੋਕ ਇਕੱਠੇ ਹੋ ਕੇ ਜੋਗੀ ਜੀ ਬਾਹਰ ਨਿਕਲੋ, ਚਲੋ ਗੇੜਾ ਦਿਓ ਸਾਡੇ ਖੇਤਾਂ 'ਚ। ਉਹ ਕਹੇ ਸੁਣੇ ਤੋਂ ਬਾਹਰ ਆ ਗਿਆ। ਜਦੋਂ ਡੇਰੇ ਤੋਂ ਬਾਹਰ ਆਇਆ ਬੱਦਲ ਉੱਠ ਖੜਿਆ, ਹੋਰ ਯਕੀਨ ਵੱਜ ਗਿਆ। ਉਧਰੋਂ ਸੂਰਜ ਵੀ ਛਿਪਣ ਵਾਲਾ ਹੈ। ਖਿੱਚ ਧੂ ਹੋ ਗਈ ਵੀ ਛੇਤੀ ਮੈਂ ਲੈ ਜਾ ਖੇਤ ਵਿੱਚ। ਉਹ ਕਹਿੰਦਾ ਮੈਂ ਲੈ ਜਾ। ਕੋਈ ਲੱਤ ਫੜ ਕੇ ਖਿੱਚਦਾ, ਕੋਈ ਬਾਂਹ, ਜਿੱਥੇ ਜਿੱਥੇ ਜਾਈ ਜਾਂਦਾ ਵਰਸ਼ਾ ਹੋਈ ਜਾਂਦੀ ਹੈ। ਆਖਰ ਖਿੱਚਾ ਧੂਈ ਦੇ ਵਿੱਚ ਇਹਦੀ ਮੌਤ ਹੋ ਗਈ। ਜਿਹੋ ਜਿਹਾ ਕਰਮ ਕੀਤਾ ਸੀ ਉਹਨੇ ਫਲ ਪਾ ਲਿਆ। ਜਦੋਂ ਮੌਤ ਹੋਈ ਪੂਰੇ ਸਾਰੇ ਹੀ ਬੱਦਲ ਛਾ ਗਿਆ, ਮੋਹਲੇ ਧਾਰ ਮੀਂਹ ਪਿਆ। ਤੇ ਜਿਹੜੇ ਲੋਕ ਸਨ ਉਹ ਕਹਿਣ ਲੱਗੇ ਦੇਖੋ ਆਪਾਂ ਐਵੇਂ ਪਖੰਡੀ ਦੇ ਮਗਰ ਲੱਗ ਕੇ ਗੁਰੂ ਅੰਗਦ ਦੇ ਪਾਤਸ਼ਾਹ ਨਾਲ ਈਰਖਾ ਕੀਤੀ ਹੈ। ਇਹ ਤਾਂ ਸਭ ਤੋਂ ਵੱਡਾ ਪਖੰਡੀ, ਤਾਂ ਮਹਾਰਾਜ ਨਾਲ ਈਰਖਾ ਕਰਦਾ ਸੀ, ਆਪਾਂ ਇਹਦੇ ਮਗਰ ਲੱਗ ਗਏ। ਝੂਠੋ ਹੁਤੋ ਫੁਰੀ ਨੇ ਬਾਣੀ, ਗੁਰ ਕੇ ਦਾਸਨ ਦੀਨਸ ਪਾਣੀ। ਇਹਦਾ ਤਾਂ ਕੋਈ ਬੋਲ ਫੁਰਿਆ ਨਹੀਂ। ਇਹ ਤਾਂ ਕਹਿੰਦੇ ਮਹਾਰਾਜ ਜਾ ਵੜਨਗੇ ਮੀਂਹ ਪੈ ਜੂ। ਆਹ ਦੇਖ ਲਓ ਗੁਰੂ ਦੇ ਸੇਵਕ ਨੇ ਮੀਂਹ ਪਵਾਤਾ। ਹੋਤ ਭੋਰ ਸ੍ਰੀ ਅੰਗਦ ਅੰਨੋ, ਨਿਜ ਅਪਰਾਧ ਛਿਮਾ ਪਨ ਠਾਨੋ। ਕਹਿੰਦੇ ਹੁਣ ਸਵੇਰ ਹੁੰਦਿਆਂ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਲੈ ਕੇ ਆਈਏ, ਜਿਹੜਾ ਆਪਾਂ ਅਪਰਾਧ ਕੀਤਾ ਹੈ ਨਾ ਉਹਦੀ ਖਿਮਾ ਮੰਗੀਏ। ਇਹ ਪ੍ਰਸੰਗ 12ਵੇਂ ਘਰ ਦਾ ਕੱਲ ਸਰਵਣ ਕੀਤਾ ਹੈ। ਆਓ ਫਿਰ ਸਤਿਗੁਰੂ ਜੀ ਖਡੂਰ ਸਾਹਿਬ ਫਿਰ ਆਉਂਦੇ ਨੇ, ਭਾਗ ਲਾਉਂਦੇ ਆ। ਉਹ ਕਥਾ ਤੇ ਹੋਰ ਪ੍ਰਸੰਗ ਅੱਗੇ 13ਵੇਂ ਘਰ ਦਾ ਪ੍ਰਸੰਗ ਪ੍ਰੇਮ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਬ ਸਮਤਾ ਪਤ ਬੀਜਨਾ, ਨਹਿ ਕਰ ਸਕੈ ਕਦਾਏ। ਗੁਰਮੁਖੋ ਜਿਹੜਾ ਸੰਤ ਰੇਣ ਜੀ ਕਹਿੰਦੇ ਵੀ ਰਬ ਸਮਤਾ ਪਤ ਬੀਜਨਾ, ਜਿਹੜਾ ਸੂਰਜ ਹੈ ਰੱਬ, ਇਹਦੀ ਬਰਾਬਰੀ ਪਤ ਬੀਜਣਾ ਜਿਹੜਾ ਟਟਿਆਣਾ ਹੈ ਉਹ ਕਦੇ ਵੀ ਨਹੀਂ ਕਰ ਸਕਦਾ ਹੈ। ਕਰੈ ਕਦਾ ਚਿਤ ਤਪੇ ਸਮ, ਤਾਤ ਕਾਲ ਫਲ ਪਾਏ। ਜੇ ਕਦੇ ਕਦਾ ਚਿਤ ਅਚਨਚੇਤ ਕਰ ਵੀ ਲਵੇ, ਬਰਾਬਰੀ ਕਰਨ ਦੀ ਕੋਸ਼ਿਸ਼ ਕਰੇ, ਤਾਂ ਫਿਰ ਉਹ ਤਪੇ ਵਾਂਗੂ ਭਾਈ ਤੁਰੰਤ ਫਲ ਪਾ ਲੈਂਦਾ ਹੈ। ਚੌਪਈ ਐਮ ਸ੍ਰੀ ਅਮਰਦਾਸ ਤਹਿ ਕਰਕੇ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਇਹ ਬਚਨ ਕਰਕੇ, ਗਮਨਿਓ ਗੁਰ ਦਿਸ ਪ੍ਰੀਤ ਸੋ ਧਰ ਕੇ। ਗੁਰੂ ਮਹਾਰਾਜ ਵੱਲ ਨੂੰ ਚੱਲ ਪਏ, ਅੰਦਰ ਪ੍ਰੇਮ ਧਾਰ ਕਰ, ਪਰਮ ਪ੍ਰਸੰਨ ਹਿਰਦੈ ਹੋਇ ਗਇਓ। ਤੇ ਬਹੁਤ ਹੀ ਪ੍ਰਸੰਨ ਹਿਰਦਾ ਹੋ ਗਿਆ ਕਿ ਦੇਖੋ ਗੁਰੂ ਸਾਹਿਬ ਨੂੰ ਨਾਲ ਈਰਖਾ ਕੀਤੀ, ਉਹਨੇ ਫਲ ਪਾ ਲਿਆ ਹੈ। ਭ੍ਰਿਸ਼ਟ ਫੇਰ ਬੈਠੇ
ਪ੍ਰਾਪਤ ਡੇਰੇ ਮੈਂ ਤਬ ਭਇਓ। ਜਦੋਂ ਡੇਰਾ ਜਿੱਥੇ ਲੱਗਿਆ ਸੀ ਮਹਾਰਾਜ ਦਾ ਖਾਨ ਛਾਪਰੀ, ਉੱਥੇ ਗੁਰੂ ਅਮਰਦਾਸ ਜੀ ਪਹੁੰਚੇ ਹਨ। ਗੁਰ ਕੋ ਜਾਏ ਬੰਦਨਾ ਕੀਨਸ, ਗੁਰੂ ਸਾਹਿਬ ਨੂੰ ਜਾ ਕੇ ਨਮਸਕਾਰ ਕੀਤੀ ਹੈ। ਪ੍ਰਸਤ ਫੇਰ ਬੈਠੇ ਚਿਤ ਚੀਨਸ, ਗੁਰੂ ਅੰਗਦ ਦੇ ਮਹਾਰਾਜ ਚਿੱਤ ਵਿੱਚ ਜਾਣ ਕੇ ਪ੍ਰਸਤ ਫੇਰ ਭਾਵ ਪਿੱਠ ਕਰਕੇ ਬੈਠ ਗਏ ਹਨ। ਭਿਖ ਸ੍ਰੀ ਅਮਰ ਦੁਤੀਆ ਦਿਸ ਗਇਓ। ਇਹ ਵੇਖ ਕੇ ਗੁਰੂ ਅਮਰਦਾਸ ਜੀ ਦੂਜੇ ਪਾਸੇ ਜਿੱਧਰ ਮਹਾਰਾਜ ਦਾ ਮੁਖ ਹੈ ਉਧਰ ਗਏ ਨੇ। ਨਮਰ ਬੰਦ ਕਰ ਸਥਿਤ ਭਇਓ, ਨਿਮਰਤਾ ਸਹਿਤ ਹੱਥ ਜੋੜ ਕਰਕੇ ਖੜ ਗਏ। ਤ੍ਰਿਤੀਯ ਦਿਸ਼ਾ ਪੁਨ ਆਨਨ ਫੇਰਿਓ, ਮਹਾਰਾਜ ਗੁਰੂ ਅੰਗਦ ਦੇਵ ਜੀ ਨੇ ਆਪਣਾ ਮੁਖ ਤੀਜੇ ਦਿਸ਼ਾ ਵੱਲ ਕਰ ਲਿਆ। ਅਮਰਦਾਸ ਦਿਸ ਨਾਹਿਨ ਹੀਰਿਓ, ਗੁਰੂ ਅਮਰਦਾਸ ਜੀ ਵੱਲ ਮਹਾਰਾਜ ਨੇ ਵੇਖਿਆ ਨਹੀਂ। ਸ਼ਕਤ ਜਨਾਮਨ ਕੀਏ ਅਪਰਾਧੂ, ਸ਼ਕਤ ਜਨਾਵਨ ਸ਼ਕਤੀ ਜਨਾਉਣ ਦਾ ਇਹ ਅਪਰਾਧ ਕੀਤਾ ਹੈ। ਨਹੀਂ ਕਰਮ ਕੀਨਸ ਇਹ ਸਾਧੂ, ਕਹਿੰਦੇ ਭਾਈ ਜਿਹੜੇ ਸਾਧੂ ਨੇ ਉਹ ਇਹ ਕਰਮ ਨਹੀਂ ਕਰਦੇ। ਚਤਰਥ ਦਿਸ ਦਿਸ ਬੰਧਨ ਖਰੇ ਕਰ ਖਰੇ, ਮਹਾਰਾਜ ਜਦੋਂ ਚੌਥੇ ਪਾਸੇ ਉਧਰੋਂ ਹੋਏ ਤੀਜੇ ਪਾਸੇ ਦੂਏ ਉਧਰ ਨੂੰ ਮੁੱਖ ਕਰ ਲਿਆ। ਇਉਂ ਭਾਈ ਚਤਰਥ ਦਿਸ ਬੰਧਨ ਕਰ ਖਰੇ, ਚਤਰ ਚੌਥੀ ਦਿਸ਼ਾ ਵੱਲ ਨੂੰ ਹੋਏ ਉਧਰ ਜਾ ਕੇ ਹੱਥ ਜੋੜ ਕੇ ਖੜ ਗਏ ਹਨ। ਹੋਏ ਦੀਨ ਨੈਣਨ ਜਲ ਭਰੇ, ਬਹੁਤ ਦੀਨ ਨਿਮਾਣੇ ਜੇ ਹੋ ਗਏ, ਅੱਖਾਂ ਵਿੱਚ ਜਲ ਭਰਿਆ ਗੁਰੂ ਅਮਰਦਾਸ ਜੀ ਨੇ। ਕਹਿਨ ਬਿਨੈ ਕੋ ਉਦਤ ਭਇਓ ਜਬ, ਇਉਂ ਜਦੋਂ ਬੇਨਤੀ ਕਰਨ ਵਾਸਤੇ ਜਿਹੜਾ ਹੈ ਉਦਤ ਭਇਓ ਜਬ, ਉਦਤ ਭਾਵ ਤਿਆਰੀ ਜੀ ਕੀਤੀ ਹੈ, ਮਹਾਰਾਜ ਨੂੰ ਬੇਨਤੀ ਕਰੀਏ। ਚਤਰਥ ਦਿਸ ਮੁਖ ਫੇਰ ਲਿਓ ਤਬ, ਚੌਥੇ ਪਾਸੇ ਫੇਰ ਭਾਵ ਹੋਰ ਪਾਸੇ ਮਹਾਰਾਜ ਨੇ ਦੂਏ ਪਾਸੇ ਮੁਖ ਕਰ ਲਿਆ ਹੈ। ਹੋਏ ਉਤਾਇਲ ਮੁਖ ਦਿਸ ਫੇਰਾ, ਤਾਂ ਭਾਈ ਉਤਾਇਲ ਹੋ ਕਰਕੇ ਕਾਲੀ ਦੇ ਨਾਲ ਫੇਰ ਮੁਖ ਨੂੰ ਫੇਰਿਆ ਉਧਰ ਨੂੰ। ਨਿਜ ਅਪਰਾਧ ਸੋ ਬੂਝੋ ਹੇਰਾ, ਆਪਣਾ ਇਹ ਪੁੱਛਿਆ ਵੀ ਮਹਾਰਾਜ ਮੇਰੇ ਕੋਲੋਂ ਕੀ ਅਪਰਾਧ ਹੋ ਗਿਆ ਹੈ। ਭੋ ਪ੍ਰਭ ਗੁਰ ਅਵ ਛਿਮਾ ਕਰੀ ਜੈ, ਹੇ ਪਰਮੇਸ਼ਰ ਸਤਿਗੁਰੂ ਕਿਰਪਾ ਕਰ ਦਿਓ, ਹੁਣ ਖਿਮਾ ਕਰ ਦਿਓ। ਸ਼ੁਭ ਉਪਦੇਸ਼ ਮੋਹੇ ਕਉ ਦੀਜੈ, ਕਿਰਪਾ ਕਰੋ ਮੈਨੂੰ ਸ਼ੁਭ ਉਪਦੇਸ਼ ਬਖਸ਼ੋ ਜੀ। ਭੁੱਲੇ ਕੋ ਤੁਮ ਬਖਸ਼ਣ ਹਾਰ, ਤੁਸੀਂ ਮਹਾਰਾਜ ਭੁੱਲਿਆਂ ਨੂੰ ਬਖਸ਼ਣ ਵਾਲੇ ਹੋ। ਨਮੋ ਨਮੋ ਗੁਰ ਗਿਆਨ ਉਦਾਰ, ਇਹ ਗਿਆਨ ਦੇ ਉਦਾਰ ਚਿੱਤ ਸਤਿਗੁਰੂ ਜੀ ਤੁਹਾਨੂੰ ਬਾਰ-ਬਾਰ ਮਨ ਬਾਣੀ ਕਰਕੇ ਸਰੀਰ ਕਰਕੇ ਨਮਸਕਾਰ ਹੈ। ਸ੍ਰੀ ਅੰਗਦ ਗੁਰ ਤਬ ਹੈ ਬਖਾਨੀ, ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ ਫਿਰ ਬਚਨ ਕਹੇ। ਹਮ ਪੀਛੇ ਕਿਆ ਕ੍ਰਿਤ ਤੈ ਠਾਨੀ, ਭਾਈ ਸਤ ਤੋਂ ਬਾਅਦ ਖਡੂਰ ਸਾਹਿਬ ਤੈਂ ਕੀ ਕਰਮ ਕੀਤਾ ਹੈ। ਘਨ ਬਰਖਾਏ ਤਪਾ ਮਰਵਾਇਓ, ਵੀ ਬਹੁਤ ਬਰਖਾ ਮੀਂਹ ਪਵਾਤਾ ਤੇ ਤਪੇ ਨੂੰ ਮਰਵਾ ਦਿੱਤਾ। ਆਪਨ ਆਪ ਕੋ ਮਹਿਦ ਜਨਾਇਓ, ਆਪਨ ਆਪ ਕੋ ਆਪਣੇ ਆਪ ਨੂੰ ਤੂੰ ਮਹਿਦ ਵੀ ਚੰਗਾ ਵੱਡਾ ਜਣਾਇਆ ਹੈ। ਫਲ ਦਾਤਾ ਈਸ਼ਵਰ ਸਭ ਕਾਹੂ, ਇਹ ਜਾਣ ਲਓ ਵੀ ਜੋ ਫਲਵਰ ਦਾਤਾ ਹੈ ਨਾ ਸਭ ਕੁਝ ਦਾ, ਜਿੰਨੇ ਵੀ ਆਪਾਂ ਕਰਮ ਕਰਦੇ ਹਾਂ ਸਾਰੇ ਕਰਮਾਂ ਦਾ ਫਲ ਦੇਣ ਵਾਲਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ, ਕਿਉਂਕਿ ਉਹਦੇ ਹੱਥ ਵਿੱਚ ਹੀ ਸਾਰਾ ਕੁਝ ਹੈ। ਉਹ ਵਾਹਿਗੁਰੂ ਆਪ ਸਮਰੱਥ ਹੈ। ਇੱਥੇ ਹੁਣ ਜਿਹੜਾ ਮਨੁੱਖ ਹੈ ਇਹ ਗੁਰਮੁਖੋ ਆਪਣੇ ਆਪ ਨੂੰ ਇਸ ਤਰ੍ਹਾਂ ਕਹਿੰਦਾ ਵੀ ਮੈਂ ਹਾਂ ਸਾਰਾ ਚੰਗਾ ਤੇ ਮੈਂ ਹੀ ਫੈਸਲਾ ਕਰਾਂਗਾ, ਤੇ ਜੋ ਕਰਨਾ ਕਰਾਉਣਾ ਹੈ
ਉਹ ਗੁਰਮੁਖੋ ਵਾਹਿਗੁਰੂ ਪਰਮੇਸ਼ਰ ਦਾ ਕੀਤਾ ਹੋਇਆ ਹੀ ਹੋਣਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਫਲ ਦਾਤਾ ਈਸ਼ਵਰ ਸਭ ਕਾਹੂ। ਈਸ਼ਵਰ ਸਭ ਕੁਝ ਦਾ ਫਲ ਦੇਣ ਵਾਲਾ ਹੈ। ਸ੍ਰੀ ਮੁਖ ਉਚਰ ਸਲੋਕ ਬਨਾਹੂ। ਤਾਂ ਸੁਹਾਏ ਮਾਨ ਮੁਖ ਤੋਂ ਫਿਰ ਸ਼ਲੋਕ ਬਣਾ ਕਰਕੇ ਮਹਾਰਾਜ ਨੇ ਉਚਾਰਿਆ ਹੈ। ਸ੍ਰੀ ਮੁਖ ਵਾਕ ਜੋ ਭਾਈ ਸੁਭਾਏ ਮਾਨ ਮੁਖ ਦਾ ਵਾਕ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ। ਸ਼ਲੋਕ ਮਹੱਲਾ ਦੂਜਾ। ਇਹ ਆਸਾ ਦੀ ਵਾਰ ਦੇ ਵਿੱਚ ਸ਼ਲੋਕ ਆਉਂਦਾ ਹੈ। ਸੰਤ ਰੇਣ ਜੀ ਨੇ ਇੱਥੇ ਦੋ ਪਿਛਲੀਆਂ ਪੰਕਤੀਆਂ ਜਿਹੜੀਆਂ ਹਨ ਉਹ ਲਿਖੀਆਂ ਨੇ। ਚੰਗਾ ਚੰਗਾ ਕਰ ਮੰਨੇ, ਮੰਦਾ ਮੰਦਾ ਹੋਏ, ਆਸਕ ਇਹੋ ਨਾਖੀਐ, ਜੇ ਲੇਖੈ ਵਰਤੈ ਸੋਏ। ਜੋ ਪੂਰਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਵੇਂ ਕਿਰਪਾ ਕਰਦੇ ਆ, ਤੇ ਜਿਵੇਂ ਹੁਣ ਮਹਾਰਾਜ ਫਿਰ ਉਪਦੇਸ਼ ਹੈ ਇਹ ਜਿਵੇਂ ਬੱਦਲ ਨੇ ਗੁਰਮੁਖੋ ਝੁਕ ਝੁਕ ਕੇ ਵਰਖਾ ਕਰਦੇ ਨੇ ਨਾ, ਸਾਰੇ ਫਿਰ ਉੱਚੇ ਨੀਵੇਂ ਥਾਂ ਜਿੰਨੇ ਸਭ ਜਗ੍ਹਾ ਤੇ ਹਰਿਆਵਲਤਾ ਦੇ ਦਿੰਦੇ। ਪਪੀਹਾ ਸਵੰਤੀ ਬੂੰਦ ਪ੍ਰਾਪਤ ਕਰਕੇ ਤ੍ਰੇ ਆਪਣੀ ਮਿਟਾਉਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਬੱਦਲ ਨਿਆਈ ਇਹ ਅੰਮ੍ਰਿਤ ਨਾਮ ਦੀ ਵਰਖਾ ਕਰਦੇ ਹੈ। ਉੱਚੇ ਨੀਵੇਂ ਭਾਵ ਕੋਈ ਉੱਤਮ ਹੈ, ਕੋਈ ਮੱਧਮ ਹੈ। ਸਭ ਜਗਿਆਸੂ ਦੇ ਹਿਰਦੇ ਵਿੱਚ ਮਹਾਰਾਜ ਸ਼ੁਭ ਗੁਣਾਂ ਦੀ ਹਰਿਆਵਲਤਾ ਬਖਸ਼ਦੇ ਹੈ। ਫਿਰ ਆਪਣੇ ਜਗਿਆਸੂ ਗੁਰਸਿੱਖਾਂ ਨੂੰ ਮੁਕਤੀ ਰੂਪੀ ਸਵੰਤੀ ਬੂੰਦ ਵੀ ਬਖਸ਼ਦੇ ਹਨ। ਸਤਿਗੁਰੂ ਦੇ ਚਰਨਾਂ 'ਚ ਇਸ ਤਰ੍ਹਾਂ ਹੀ ਬੇਨਤੀ ਮਹਾਰਾਜ ਨੂੰ ਕੀਤੀ ਤਾਂ ਗੁਰੂ ਪਾਤਸ਼ਾਹ ਮਹਾਰਾਜ ਇਉਂ ਵੀ ਗੁਰਸਿੱਖਾਂ ਨੇ ਕਿਹਾ ਸੀ ਮਹਾਰਾਜ ਜੀ ਵੀ ਪਰਮੇਸ਼ਰ ਨਾਲ ਵਾਹਿਗੁਰੂ ਨਾਲ ਪ੍ਰੇਮ ਕਰਨ ਨੂੰ ਮਨ ਚਿੱਤ ਤੇ ਕਰਦਾ ਹੈ, ਪਰ ਹਿਰਦੇ ਵਿੱਚ ਪ੍ਰੇਮ ਪੈਦਾ ਨਹੀਂ ਹੁੰਦਾ ਹੈ। ਉਸ ਸਮੇਂ ਫਿਰ ਸਤਿਗੁਰੂ ਜੀ ਨੇ ਇਹ ਸ਼ਲੋਕ ਜਿਹੜਾ ਉਚਾਰਨ ਕੀਤਾ ਹੈ, ਇਹ ਕਨੇਹੀ ਆਸ ਕੀ ਦੂਜੈ ਲੱਗੈ ਜਾਏ। ਮਹਾਰਾਜ ਕਹਿਣ ਲੱਗੇ ਹੋਰ ਸਭ ਗੁਰਸਿੱਖਾਂ ਨੂੰ, ਗੁਰੂ ਅਮਰਦਾਸ ਪਾਤਸ਼ਾਹ ਨੂੰ ਉਪਦੇਸ਼ ਦਿੰਦਿਆਂ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਭਾਈ ਇਹ ਕਿਹੋ ਜੀ ਆਸ਼ਕੀ ਹੈ, ਕਿਹੋ ਜੀ ਤੁਹਾਡੀ ਪ੍ਰੀਤੀ ਹੈ ਜਿਹੜਾ ਕੋਈ ਪਰਮੇਸ਼ਰ ਨੂੰ ਛੱਡ ਕੇ ਦੂਜਾ ਲੱਗਿਆ ਜਾਏ। ਦੂਜੇ ਦਵੈਤ ਵਿੱਚ ਲੱਗ ਜਾਣਾ ਹੈ ਜਾਂ ਦੂਸਰੇ ਪਰਮੇਸ਼ਰ ਦੇ ਬਰਾਬਰ ਕਿਸੇ ਹੋਰ ਦੇਵੀ ਦੇਵ ਇਤਿਆਦਿਕ ਸ਼ਕਤੀ ਦੀ ਉਪਾਸਨਾ 'ਚ ਲੱਗ ਜਾਣਾ ਹੈ। ਕਾਹਦੇ ਤੁਸੀਂ ਵਾਹਿਗੁਰੂ ਦੇ ਪ੍ਰੇਮੀ ਹੋ। ਐਵੇਂ ਮਹਾਰਾਜ ਕਹਿੰਦੇ ਕੋਈ ਪ੍ਰੇਮ ਨਹੀਂ। ਪ੍ਰੇਮ ਤਾਂ ਉਹ ਹੈ ਜਿਹੜਾ ਸਮਰਪਿਤ ਹੋ ਜਾਵੇ। ਨਾਨਕ ਆਸਕ ਕਾਂਢੀਐ ਸਦ ਹੀ ਰਹਿ ਸਮਾਏ। ਮਹਾਰਾਜ ਕਹਿੰਦੇ ਭਾਈ ਇਹ ਜਾਣ ਲਓ ਕਿ ਪਰਮੇਸ਼ਰ ਦਾ ਆਸ਼ਕ ਵਾਹਿਗੁਰੂ ਦਾ ਪ੍ਰੇਮੀ ਅਸਲ ਵਿੱਚ ਉਹੀ ਕੱਢਿਆ ਜਾਂਦਾ, ਉਹੀ ਕਹੀਦਾ ਹੈ, ਕਿਹਾ ਜਾਂਦਾ ਹੈ। ਸਾਧ ਹੀ ਰਹਿ ਸਮਾਏ, ਜਿਹੜਾ ਭਾਈ ਹਮੇਸ਼ਾ ਹੀ ਮਨ ਕਰਕੇ ਵਾਹਿਗੁਰੂ ਦੇ ਵਿੱਚ ਸਮਾਇਆ, ਪਰਮੇਸ਼ਰ ਦੇ ਪ੍ਰੇਮ ਵਿੱਚ ਜਾਂ ਵਾਹਿਗੁਰੂ ਜੀ ਦਾ ਪ੍ਰੇਮ ਜੀ ਦੇ ਮਨ ਹਿਰਦੇ ਵਿੱਚ ਹਮੇਸ਼ਾ ਸਮਾਇਆ ਰਹੇ। ਚੰਗਾ ਚੰਗਾ ਕਰ ਮੰਨੇ, ਮੰਦਾ ਮੰਦਾ ਹੋਏ। ਇਹ ਜਾਣੋ ਭਾਈ ਚੰਗਾ ਜਦੋਂ ਜਿਹੜੇ ਉੱਤਮ ਪਦਾਰਥ ਨੇ, ਜਦੋਂ ਚੰਗਾ 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 ਕਰ ਮੰਨੇ, ਉੱਤਮ ਪਦਾਰਥ ਦੀ ਕੋਈ ਪ੍ਰਾਪਤੀ ਹੋ ਜੇ ਤਾਂ ਪਰਮੇਸ਼ਰ ਦੇ ਕੀਤੇ ਨੂੰ ਉਹ ਚੰਗਾ ਕਰਕੇ ਮੰਨਦਾ ਹੈ। ਤੇ ਜਿਹੜਾ ਕੋਈ ਭਾਈ ਮੰਦਾ ਵਿਵਹਾਰ ਹੁੰਦਾ ਹੈ, ਮਾੜਾ, ਮਹਾਰਾਜ ਕਹਿੰਦੇ ਮੰਦਾ ਜੀਵ ਹੈ, ਮੰਦੇ ਕਰਮ ਖੁਦ ਕਰਦਾ ਹੈ, ਤੇ ਫਿਰ ਪਰਮੇਸ਼ਰ ਨੂੰ ਬੁਰਾ ਕਹਿਣ ਲੱਗ ਜਾਂਦਾ ਹੈ। ਚੰਗਾ ਕਹਿਣਾ ਜਾਂ ਕਹੀਏ ਜਿਹੜੇ ਲੋਕ ਹੈ ਚੰਗਾ ਕਹਿਣ, ਉਹਨਾਂ ਨੂੰ ਚੰਗਾ ਕਰਕੇ ਮੰਨਦਾ ਹੈ, ਜਿਹੜੇ ਮੰਦੇ ਹਨ ਉਹਨਾਂ ਨੂੰ ਮੰਦਾ। ਇਹੋ ਜਿਹਾ ਵੀ ਹੈ। ਵਾਹਿਗੁਰੂ ਸਭ ਕੁਝ ਚੰਗਾ ਹੀ ਕਰਦਾ ਹੈ। ਆਸਕ ਇਹੋ ਨਾ ਆਖੀਐ, ਜੇ ਲੇਖੈ ਵਰਤੈ ਸੋਏ।
ਗੁਰੂ ਸਾਹਿਬ ਕਹਿੰਦੇ ਇਹੋ ਜਿਹਾ ਨੂੰ ਆਸ਼ਕ ਰੱਬ ਦਾ ਪ੍ਰੇਮੀ ਨਹੀਂ ਕਿਹਾ ਜਾਂਦਾ ਭਾਈ। ਜੇ ਲੇਖਾ ਵਰਤ ਹੈ, ਜਿਹੜਾ ਕੋਈ ਲੇਖੇ ਜੋਖੇ ਕਰੇ ਵੀ ਮੈਂ ਤੇਰਾ ਇੰਨਾ ਨਾਮ ਜਪ ਲਿਆ, ਹੁਣ ਮੇਰਾ ਕੀ ਕੀਤਾ, ਰੱਬ ਨਾਲ ਕਾਹਦਾ ਲੇਖਾ ਹੈ। ਇੱਥੇ ਹਿਸਾਬ ਕਿਤਾਬ ਦੁਨੀਆ ਨਾਲ ਹੋਊਗਾ, ਪਰਮੇਸ਼ਰ ਸਤਿਗੁਰੂ ਨਾਲ ਕੋਈ ਗੁਰਮੁਖੋ ਸਾਡਾ ਹਿਸਾਬ ਕਿਤਾਬ ਨਹੀਂ। ਅਸੀਂ ਕੀ ਦੇ ਸਕਦੇ ਹਾਂ। ਜਿਹੜੇ ਕੋਈ ਹਿਸਾਬਾਂ ਕਿਤਾਬਾਂ ਲੇਖਿਆਂ ਵਿੱਚ ਵਰਤਦੇ ਨੇ ਜਾਂ ਦੁਨੀਆ ਦੇ ਲੇਖੇ ਹਿਸਾਬਾਂ ਕਿਤਾਬਾਂ ਵਿੱਚ ਹੀ ਹੈ, ਫਿਰ ਉਹ ਪਰਮੇਸ਼ਰ ਦੇ ਆਸ਼ਕ, ਪਰਮਾਤਮਾ ਦੇ ਆਸ਼ਕ ਨਹੀਂ ਕਹੇ ਜਾਂਦੇ। ਇਉਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਉਪਦੇਸ਼ ਦਿੱਤਾ ਹੈ ਚੌਪਈ, ਸੁਨ ਸ੍ਰੀ ਅਮਰ ਬੰਦਨਾ ਠਾਨੀ। ਇਹ ਸੁਣ ਕੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੰਦਨਾ ਕੀਤੀ ਹੈ। ਭੋਗ ਗੁਰ ਬਖਸ਼ੋ ਮਤ ਅਨਜਾਨੀ। हे ਸਤਿਗੁਰੂ ਜੀ ਮੈਨੂੰ ਬਖਸ਼ ਲੋ, ਮੇਰੀ ਮਤ ਅਣਜਾਣ ਹੈ। ਅਬ ਤੇ ਫੇਰ ਨ ਕਰਹੁ ਐਸੇ। ਹੁਣ ਤੋਂ ਬਾਅਦ ਮਹਾਰਾਜ ਜੀ ਫਿਰ ਇਸ ਤਰ੍ਹਾਂ ਨਹੀਂ ਕਰਦਾ। ਆਪਾ ਨਾਹੇ ਜਨਾਬੋ ਕੈਸੇ। ਕਿਸੇ ਤਰ੍ਹਾਂ ਵੀ ਮੈਂ ਆਪਾ ਨਹੀਂ ਜਣਾਵਾਂਗਾ ਜੀ। ਇਹੋ ਤੁਮ ਸੰਗ ਦ્વੈਸ਼ ਜੋ ਠਾਨਾ। ਇਹ ਮਹਾਰਾਜ ਤਪੇ ਨੇ ਜਿਹੜਾ ਤੁਹਾਡੇ ਨਾਲ ਈਰਖਾ ਦ્વੈਸ਼ ਕੀਤੀ। ਸਹਿਓ ਨਾ ਗਇਓ ਤਬੈ ਦਇਓ ਡਾਨਾ। ਮਹਾਰਾਜ ਮੇਰੇ ਤੋਂ ਸਹਿਆ ਨਹੀਂ ਗਿਆ, ਸਿੱਖ ਕਿਵੇਂ ਸਹਿ ਲੂ, ਇਸ ਕਰਕੇ ਡੰਨ ਦੇਤਾ। ਇੱਥੇ ਤਾਂ ਹੁਣ ਰਹਿਤਨਾਮਿਆਂ ਵਿੱਚ ਇਹ ਜ਼ਿਕਰ ਹੈ, ਗੁਰ ਕੀ ਨਿੰਦਾ ਸੁਨੈ ਨਾ ਕਾਨ, ਭੇਟ ਕਰੋ ਤਿਸ ਕੋ ਕਿਰਪਾਨ। ਜਿਹੜਾ ਖਾਲਸੇ ਦਾ ਰਹਿਤਨਾਮਾ ਹੈ ਨਾ, ਉਹਦੇ ਤਾਂ ਇਹ ਹੈ ਜੇ ਗੁਰੂ ਦੀ ਕੋਈ ਨਿੰਦਾ ਕਰਦਾ ਕਿਰਪਾਨ ਨਾਲ ਗਲ ਲਾ ਦੋ। ਆ ਹੁਣ ਇੱਥੇ ਕਈ ਚੀਕਾਂ ਜਿਹੀਆਂ ਮਾਰਦੇ, ਉਹ ਜਿਵੇਂ ਨਾ ਫਲਾਨੇ ਨੂੰ ਜੇ ਐਂ ਦੇਤੀ, ਇਹ ਕਾਨੂੰਨ ਹੱਥਾਂ 'ਚ ਲੈ ਲਿਆ ਜੀ, ਧਮਕਾਣਾ ਕਰਤਾ। ਉਹ ਜਦੋਂ ਮਹਾਰਾਜ ਦੀ ਕੋਈ ਬੇਅਦਬੀ ਕਰਦਾ, ਉਹ ਨਹੀਂ ਕਾਨੂੰਨ ਹੱਥਾਂ 'ਚ, ਰੱਬ ਦਾ ਕਾਨੂੰਨ ਹੱਥਾਂ 'ਚ ਲਈ ਜਾਂਦੇ ਆ। ਗੁਰੂ ਸਾਹਿਬ ਦਾ ਕੋਈ ਭਾਈ ਇੱਥੇ ਤੱਕ ਹੈ, ਕੋਈ ਨਿੰਦਾ ਵੀ ਕਰੇ, ਬੇਅਦਬੀ ਤਾਂ ਕਿੱਡੀ ਦੂਰ ਹੈ, ਕੋਈ ਹੋਰ ਹੈ ਪਰੇ ਉਰੇ ਖੜ ਕੇ ਨਿੰਦਾ ਵੀ ਗੁਰੂ ਦੀ ਕਰੇ। ਖਾਲਸਾਈ ਰਹਿਤਨਾਮਾ ਮਹਾਰਾਜ ਦੇ ਵਚਨ ਹੈ ਕਿ ਉਸ ਦਾ ਸਿਰ ਧੜ ਨਾਲੋਂ ਕਿਰਪਾਨ ਨਾਲ ਅਲੱਗ ਕਰ ਦੇਣਾ। ਇਹ ਗੁਰੂ ਪਰਮੇਸ਼ਰ ਦਾ ਖਾਲਸੇ ਦਾ ਕਾਨੂੰਨ ਹੈ। ਕੋਈ ਖਾਲਸਾ ਕਾਨੂੰਨ ਕਿਸੇ ਦਾ ਹੱਥਾਂ 'ਚ ਨਹੀਂ ਲੈਂਦਾ, ਇਹਦਾ ਆਪਦੇ ਕਾਨੂੰਨ ਦੀ ਪਾਲਣਾ ਕਰਦਾ ਹੈ। ਅਜੇ ਤਾਂ ਇਹ ਬਹੁਤ ਘੱਟ ਹੈ, 0.5% ਹੀ ਕਰਦੇ ਆ ਤੇ ਦੁਨੀਆ ਚੀਕਾਂ ਮਾਰਦੀ ਹੈ ਜੇ ਖਾਲਸਾਈ। ਕਿਉਂਕਿ ਰਹੁ ਰੀਤਾਂ ਖਾਲਸੇ ਦੀਆਂ ਇਹ ਜਿਉਂ-ਜਿਉਂ ਜਿਹੜੀਆਂ ਭਾਰੂ ਪੈ ਜਾਂਦੇ ਆ ਨਾ ਜਦੋਂ ਰਾਜਨੀਤੀ ਧਰਮ ਦੇ ਉੱਤੇ, ਫਿਰ ਉਹ ਰਹੁ ਰੀਤਾਂ ਰਹਿੰਦੀਆਂ ਨਹੀਂ ਤਾਂ ਹੁਣ ਅੱਗੇ ਕੋਈ ਸਮਾਂ ਹੁੰਦਾ ਸੀ ਤੇ ਇਹ ਜਿਹੜੀਆਂ ਖਾਲਸਾਈ ਰਹੁ ਰੀਤਾਂ ਹੈ, ਪੰਥ ਨੇ ਇਕੱਠੇ ਹੋਣਾ ਸ੍ਰੀ ਅਕਾਲ ਤਖਤ ਸਾਹਿਬ ਤੇ। ਹੁਣ ਹੋਰ ਚੀਜ਼ ਹੈ, ਹੁਣ ਰੀਤੀ ਰਿਵਾਜ, ਕਾਨੂੰਨ ਅੰਗਰੇਜ਼ਾਂ ਨੇ ਇਹੋ ਜਿਹੀਆਂ ਸਾਨੂੰ ਬਣਾਤੇ। ਆ ਜਿੰਨਾ ਵੀ ਜਿਹੜਾ ਐਕਟ ਬਣ ਗਏ ਗੁਰਦੁਆਰੇ ਦੇ, ਸਾਰੀ ਅੰਗਰੇਜ਼ਾਂ ਦੀ ਦੇਣ ਹੈ। ਉਹਨਾਂ ਨੇ ਫਿਰ ਇਹਦੇ ਵਿੱਚ ਸਰਕਾਰੀ ਦਖਲ ਅੰਦਾਜ਼ੀ ਉਦੋਂ ਤੋਂ ਸ਼ੁਰੂ ਕਰਤੀ, ਵਰਨਾ ਪਹਿਲਾਂ ਖਾਲਸੇ ਦਾ ਹੀ। ਤੇ ਇਹ ਵੀ ਤੁਸੀਂ ਦੇਖੋ ਵੀ ਜਿਹੜਾ ਹੈ ਪੰਜਵਾਂ, ਜਿਵੇਂ ਹੁਣ 5 ਤਖਤ ਆਪਾਂ ਕਹਿੰਦੇ ਆ ਨਾ, ਜਿਹੜੇ ਪਹਿਲਾਂ ਅਸਲ ਵਿੱਚ 4 ਤਖਤ ਸੀ, ਜੋ 4 ਦਿਸ਼ਾਵਾਂ ਵਿੱਚ ਹੈ, ਉੱਤਰ ਦੱਖਣ ਪੂਰਬ ਪੱਛਮ 4 ਹੀ ਦਿਸ਼ਾ ਹੈ ਤੇ 4 ਤਖਤ ਸਨ। ਦੱਖਣ ਵੱਲ ਹਜੂਰ ਸਾਹਿਬ ਹੈ, ਇਸੇ ਤਰ੍ਹਾਂ ਪੂਰਬ ਹੈ ਪਟਨਾ ਸਾਹਿਬ, ਫਿਰ ਪੱਛਮ ਤੇ ਇਧਰ ਜਿਹੜਾ ਹੈ ਦੱਖਣ ਜਿਹੜਾ ਆ ਗਿਆ ਉੱਤਰ ਦਿਸ਼ਾ ਆਨੰਦਪੁਰ ਸਾਹਿਬ, ਅਕਾਲ ਤਖਤ ਸਾਹਿਬ। ਇਉਂ 4, ਜਿਹੜਾ 5ਵਾਂ ਤਖਤ ਉਹਨੂੰ ਚੱਲਦਾ ਵਹੀਰ ਜਿਹੜਾ ਹੈ ਗ੍ਰੰਥਾਂ ਵਿੱਚ, ਕਿਉਂਕਿ ਉਹ ਸਾਰਿਆਂ ਦਾ ਮੁਖੀ ਹੁੰਦਾ ਸੀ। ਬੁੱਢਾ ਦਲ ਦਾ ਜਿਹੜਾ ਮੁਖੀ ਸੀ ਉਹ ਫਿਰ ਸਾਰੇ ਤਖਤਾਂ ਦਾ ਸਾਰਿਆਂ ਦਾ ਮੁਖੀ ਹੁੰਦਾ ਸੀ, ਉਹਦੇ ਅਧੀਨ ਹੀ ਸਾਰਾ ਕੁਝ ਚੱਲਦਾ ਹੁੰਦਾ ਸੀ। ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਮੁਖੀ ਜਥੇਦਾਰ ਹੁੰਦਾ, ਉਹੀ ਜਾਣੋ ਕਿ ਜੋ ਬੁੱਢਾ ਦਲ ਦਾ ਮੁਖੀ ਹੈ ਉਹੀ ਅਕਾਲ ਤਖਤ ਸਾਹਿਬ ਦਾ ਜਥੇਦਾਰ। ਤੇ ਚੱਲਦਾ ਵਹੀਰ ਜਿਹੜਾ 5ਵਾਂ ਤਖਤ ਰੂਪ ਦੇ ਵਿੱਚ
ਇਹ ਪੰਥ ਦਾ ਜਿਹੜਾ ਪੰਥ ਨੂੰ ਕਿਹਾ। ਫਿਰ ਉਹ ਹੌਲੀ ਹੌਲੀ ਜਦੋਂ ਹੋਇਆ ਤੇ 1900 ਸ਼ਾਇਦ ਨਾ ਭੁੱਲਦਾ ਹੋਵਾਂ 68 ਦੇ ਵਿੱਚ ਸ਼ਾਇਦ ਇਹ ਹੋਈ ਹੈ। ਫਿਰ ਦਮਦਮਾ ਸਾਹਿਬ ਨੂੰ ਜਿਹੜਾ ਹੈ ਉਦੋਂ ਪਹਿਲਾਂ ਕਿਤੇ ਵੀ ਤੁਹਾਨੂੰ ਜਿਹੜਾ ਹੈ ਉਹ ਨਹੀਂ ਮਿਲਦਾ। ਉਹ ਫਿਰ ਤਖਤ ਸ੍ਰੀ ਦਮਦਮਾ, ਕਿਉਂਕਿ ਉੱਥੇ ਮਹਾਰਾਜ ਰਹੇ, ਉੱਥੋਂ ਵੀ ਹੁਕਮਨਾਮੇ ਜਾਰੀ। ਚਲੋ ਮਾੜੀ ਗੱਲ ਨਹੀਂ ਹੋਈ, ਕੋਈ ਗੁਨਾਹ ਨਹੀਂ ਹੈ। ਇਹ ਤਖਤ ਸ੍ਰੀ ਦਮਦਮਾ 5 ਤਖਤ ਹੋ ਗਏ, ਪਰ ਜਿਹੜਾ ਰੀਤੀ ਇਹੀ ਹੈ ਕਿ ਜੋ ਤਖਤ ਦਾ ਜਥੇਦਾਰ ਲੱਗੇ ਉਹ ਅਸਲ ਵਿੱਚ ਪੰਥ ਦੇ ਸੰਮਤੀ ਦੇ ਨਾਲ ਜਿਹੜਾ ਹੈ ਬੁੱਢਾ ਦਲ ਵੱਲੋਂ ਨਿਯੁਕਤ ਹੋਵੇ। ਇਹ ਵੀ ਸੀ, ਪਰ ਉਹ ਜਿੰਨਾ ਸਮਾਂ ਸਰੀਰਕ ਰੂਪ ਵਿੱਚ ਮ੍ਰਿਤੂ ਨਹੀਂ ਹੋ ਜਾਂਦੀ ਉਨਾ ਸਮਾਂ ਜਥੇਦਾਰ ਬਦਲਿਆ ਨਹੀਂ ਜਾ ਸਕਦਾ। ਕੋਈ ਕਾਨੂੰਨ ਨਹੀਂ ਹੈ। ਉਹ ਤਾਂ ਜੋ ਮੁਖੀ ਹੈ ਉਹ ਜਿੰਨਾ ਸਮਾਂ ਮੁਖੀ ਹੈ ਉਹਦੇ ਗੁਰਮੁਖੋਂ ਫਿਰ ਸਰੀਰ ਅਕਾਲ ਚਲਾਣੇ ਤੋਂ ਬਾਅਦ ਜਥੇਦਾਰ ਹੋਰ ਪੰਥ ਥਾਪ ਸਕਦਾ ਹੈ। ਇਹ ਰੀਤੀਆਂ ਹੁੰਦੀਆਂ, ਤਾਂ ਹੀ ਉਦੋਂ ਫੈਸਲੇ ਚੰਗੇ ਹੁੰਦੇ ਸੀ। ਤੇ ਹੁਣ ਇਹ ਰਾਜਨੀਤੀ ਦੇ ਵਿੱਚ ਆ ਗਿਆ ਕੰਮ, ਸਰਕਾਰਾਂ ਦੀ ਦਖਲਅੰਦਾਜ਼ੀ ਵੱਧ ਗਈ। ਇਹ ਜਿੰਨੇ ਫਿਰ ਐਕਟ ਉਕਟ ਬਣ ਗਏ ਹੋਰ ਸਾਰੇ ਫਿਰ ਹੌਲੀ ਹੌਲੀ ਕਿੰਨੀ ਵਾਰ ਬਦਲਦੇ ਆਏ। ਇਹਦੇ ਨਾਲ ਇਹ ਗਿਰਾਵਟਾਂ ਆਈਆਂ ਹਨ। ਗੁਰੂ ਕਿਰਪਾ ਕਰੇ ਤੇ ਇਹ ਜਿਹੜਾ ਹੈ ਕਾਨੂੰਨ ਹੈ। ਗੱਲ ਇੱਥੋਂ ਚੱਲੀ ਸੀ, ਮਹਾਰਾਜ ਤੁਹਾਡੇ ਨਾਲ ਉਸਨੇ ਈਰਖਾ ਕੀਤੀ, ਮੇਤੋਂ ਸਹਿਆ ਨਹੀਂ ਗਿਆ। ਸਹਿਓ ਨਾ ਗਇਓ ਤਬੈ ਦਇਓ ਡਾਨਾ। ਮਹਾਰਾਜ ਮੈਂ ਤਾਂ ਹੀ ਉਸਨੂੰ ਡੰਨ ਦਿੱਤਾ ਹੈ। ਰਾਵਰ ਕੀ ਰਜਾਏ ਇਮ ਜੋਈ। ਹਾਂ, ਜੇ ਮਹਾਰਾਜ ਤੁਹਾਡੀ ਰਜਾ ਇਸੇ ਤਰ੍ਹਾਂ ਹੈ, ਕਰੈ ਅਪਰ ਐਸੇ ਨਹਿ ਕੋਈ। ਇਹ ਮਹਾਰਾਜ ਜੀ ਇਹ ਤੁਹਾਡੀ ਹੀ ਰਜਾ ਹੈ, ਤੁਹਾਡੀ ਆਗਿਆ। ਰਾਵਰ ਕੀ ਰਜਾਏ ਇਮ ਜੋਈ, ਜਾਂ ਕਹੀਏ ਵੀ ਮਹਾਰਾਜ ਇਹ ਵੀ ਤੁਹਾਡੀ ਇਸੇ ਤਰ੍ਹਾਂ ਰਜਾ ਹੀ ਸੀ, ਉਹਨੂੰ ਡੰਨ ਦੇਤਾ ਤਾਂ ਕਿ ਕੋਈ ਅੱਗੇ ਤੋਂ ਇਸ ਤਰ੍ਹਾਂ ਨਾ ਕਰੇ। ਦੂਜਾ ਭਾਵ ਇਹੀ ਹੈ ਮਹਾਰਾਜ ਜਿਵੇਂ ਬਾਕੀ ਤੁਹਾਡੀ ਰਜਾ ਹੈ, ਨਹੀਂ ਕਰਦੇ ਇਸ ਤਰ੍ਹਾਂ। ਦੋਹਰਾ ਇਮ ਕਹਿ ਛਿਮਾ ਕਰਾਏ ਕਰ, ਬੈਠੇ ਸ੍ਰੀ ਗੁਰ ਪਾਸ। ਇਉਂ ਭਾਈ ਮਾਫੀ ਮੰਗ ਕੇ ਛਿਮਾ ਕਰਾ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕੋਲ ਬੈਠੇ ਹਨ। ਜੰਗਲ ਮੈਂ ਮੰਗਲ ਮਹਾ, ਜਹ ਗੁਰ ਕਰਿਓ ਨਿਵਾਸ। ਤੇ ਜੰਗਲਾਂ ਵਿੱਚ ਵੱਡੇ ਮੰਗਲ ਲਾਗੇ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਵਾਸਾ ਕਰ ਲਿਆ ਹੈ। ਰਾਹਕ ਮਿਲੇ ਖਡੂਰ ਕੇ, ਔਰ ਪ੍ਰਸੰਨਤਾ ਪਾਏ। ਜਿੰਨੇ ਫਿਰ ਕਰਸਾਨ ਸਨ ਖਡੂਰ ਸਾਹਿਬ ਦੇ ਨਗਰ ਦੇ, ਸਾਰੇ ਮਨ ਵਿੱਚ ਖੁਸ਼ੀ ਪਾ ਕੇ ਗੁਰੂ ਸਾਹਿਬ ਨੂੰ ਆ ਕੇ ਮਿਲੇ ਹਨ। ਮਨ ਭਾਵਤ ਜਲ ਬਰਖਿਓ, ਚੱਲੋ ਗੁਰੂ ਢਿਗ ਜਾਏ। ਉਹਨਾਂ ਕਿਉਂਕਿ ਖੁਸ਼ੀਆਂ ਸੀ, ਮਨ ਭਾਉਂਦਾ ਮੀਂਹ ਪੈ ਗਿਆ। ਸਾਰੇ ਕਹਿੰਦੇ ਚੱਲੋ ਗੁਰੂ ਸਾਹਿਬ ਕੋਲ ਹੁਣ ਆਪਾਂ ਚੱਲੀਏ। ਚੱਲ ਕੇ ਚੌਪਈ ਭਈ ਭੂਲ ਸਗਰੀ ਬਖਸ਼ਾਵਹਿ। ਜਿਹੜੀ ਆਪਾਂ ਤੋਂ ਭੁੱਲ ਹੋ ਗਈ ਸਭ ਬਖਸ਼ਾਈਏ। ਸਤਿਗੁਰ ਪੁਨਾ ਖਡੂਰ ਲਿਆਵਹਿ। ਗੁਰੂ ਸਾਹਿਬ ਨੂੰ ਫੇਰ ਆਪਾਂ ਖਡੂਰ ਸਾਹਿਬ ਲੈ ਕੇ ਆਈਏ। ਨਾਹੇ ਤਾਂ ਸਰਾਪ ਦੇਹੇ ਭੈਦਾਇਕ। ਨਹੀਂ ਤਾਂ ਜਾਣ ਲੋ ਵੀ ਕੋਈ ਐਸਾ ਜੇ ਉਹਨਾਂ ਨੇ ਭੈਦਾਇਕ ਸਰਾਪ ਦੇਤਾ। ਆਪਦਾ ਪਰ ਹੈ ਪ੍ਰਮੋਦ ਨਸਾਇਕ। ਬਿਪਤਾ ਪੈ ਜੂ ਆਪਾਂ ਨੂੰ ਸਭ ਨੂੰ। ਪ੍ਰਮੋਦ ਨਸਾਇਕ, ਪ੍ਰਮੋਦ ਨਾਮ ਖੁਸ਼ੀ ਦਾ। ਆ ਜਿੰਨੀਆਂ ਖੁਸ਼ੀਆਂ ਆਈਆਂ ਸਭ ਨਸ ਜਾਣਗੀਆਂ। ਨਿਕਟ ਰਹੇ ਮਹਿਮਾ ਨਹਿ ਜਾਨੀ। ਆਪਾਂ ਦਾ ਕੋਲ ਰਹਿ ਕੇ ਵੀ ਸਤਿਗੁਰੂ ਦੀ ਮਹਿਮਾ ਨੂੰ ਨਹੀਂ ਜਾਣਿਆ ਹੈ। ਹਮਰੀ ਮਤ ਤਪੇ ਵਿੱਚ ਲਾਨੀ। ਆ ਸਾਡੀ ਮਤ ਬੁੱਧ ਨੂੰ ਤਾਂ ਤਪੇ ਨਹੀਂ ਖੁਆਰ ਕਰ ਛੱਡਿਆ ਸੀ। ਇਮ ਕਹਿ ਮਿਲ ਕਰ ਲੈ ਪਕਵਾਨ। ਇਉਂ ਕਹਿ ਕੇ ਫਿਰ ਮਿਲ ਕੇ ਪਕਵਾਨ ਲਏ। ਉਹਨਾਂ ਸਮਿਆਂ 'ਚ ਅੱਗੇ ਹੁੰਦਾ ਸੀ ਮੀਂਹ ਪੈ ਜਾਣਾ, ਜਿਵੇਂ ਉਹ ਜਿਹੇ ਗੁਲਗੁਲੇ ਵਗੈਰਾ ਦੁਨੀਆ ਪਕਾ ਲੈਂਦੀ, ਤੇ ਉਹ ਜਿਹੇ ਪਕਵਾਨ ਮਿੱਠੇ ਬਣਾਏ। ਬਾਰਿਸ਼ ਪਈ, ਮੀਂਹ ਪਏ ਤੂੰ ਸਭ ਲੈ ਕਰਕੇ ਪਹੁੰਚੇ। ਬਖਸ਼ਾਵਨ ਗਮਨੇ ਤਿਸ ਥਾਨ।
ਆਪਣੀ ਭੁੱਲ ਬਖਸ਼ਾਉਣ ਲਈ ਉਸ ਖਾਨ ਛਾਪਰੀ ਵਾਲੇ ਸਥਾਨ ਨੂੰ ਚੱਲੇ ਹਨ। ਸਭਨ ਜਾਏ ਪਦ ਬੰਧਨ ਠਾਨੀ, ਸਭ ਨੇ ਜਾ ਕੇ ਚਰਨਾਂ ਤੇ ਨਮਸਕਾਰ ਕੀਤੀ। ਬੇਨਤੀ ਜੁਗਤ ਬਖਾਨੀ ਬਾਨੀ, ਬੇਨਤੀ ਸਹਿਤ ਭਾਈ ਜਿਹੜੇ ਹੈ ਜੁਗਤੀ ਦੇ ਨਾਲ ਮਹਾਰਾਜ ਨੂੰ ਬੇਨਤੀ ਕਹੀ। ਸ੍ਰੀ ਗੁਰ ਹਮਨੇ ਭੇਦ ਨ ਪਾਇਬ, ਇਹ ਸਤਿਗੁਰੂ ਸੱਚੇ ਪਾਤਸ਼ਾਹ ਸੀ ਤੁਹਾਡਾ ਭੇਦ ਨਹੀਂ ਪਾਇਆ। ਹਮ ਸਭ ਹਨ ਕੋ ਤਪੇ ਪਰਮਾਏਬ, ਮਹਾਰਾਜ ਸਾਨੂੰ ਤਾਂ ਸਭ ਨੂੰ ਤਪੇ ਨਹੀਂ ਪਰਮਾ ਲਿਆ ਸੀ। ਰਾਵਰ ਕੋ ਨਿੰਦਕ ਵੱਡ ਪਾਪੀ, ਉਹ ਮਹਾਰਾਜ ਤੁਹਾਡਾ ਨਿੰਦਕ ਹੈ ਵੱਡਾ ਪਾਪੀ। ਧਨ ਲੋਭੀ ਮਨ ਪੂਰ ਸੰਤਾਪੀ, ਤੇ ਧਨ ਦਾ ਮਹਾਰਾਜ ਲੋਭੀ ਹੈ, ਮਨ ਦਾ ਝੂਠਾ ਤੇ ਝਗੜੇਲੂ ਹੈ, ਸੰਤਾਪੀ ਹੈ। ਦੁਰਮਤ ਖੋਟ ਕਰਮ ਕੀ ਅਜੇ ਤੱਕ, ਖੋਟੀ ਮੱਤ ਉਹਦੀ ਮਹਾਰਾਜ ਜਿਹੋ ਜਿਹੇ ਖੋਟੇ ਕਰਮ ਕੀਤੇ ਖੋਟੀ ਮੱਤ ਦੇ ਨਾਲ। ਤਾਤ ਕਾਲ ਫਲ ਪਾਇਓ ਤੇ ਤੱਕ, ਉਸ ਨੇ ਮਹਾਰਾਜ ਤੁਰੰਤ ਆਪਣੇ ਕੀਤੇ ਦਾ ਫਲ ਪਾ ਲਿਆ ਹੈ। ਸਰਨ ਪਰੇ ਹਮਰਾ ਹਿਕ ਸਾਰੇ, ਅਸੀਂ ਸਭ ਕਰਸਾਨ ਮਹਾਰਾਜ ਤੁਹਾਡੀ ਸ਼ਰਨ ਵਿੱਚ ਪਏ ਹਾਂ। ਸਿੱਖ ਕਰੋ ਹਮ ਸ਼ਰਨ ਤੁਮਾਰੇ, ਅਸੀਂ ਮਹਾਰਾਜ ਤੁਹਾਡੀ ਸ਼ਰਨ ਚਾਹੁਣ ਆਪਣੇ ਸਿੱਖ ਬਣਾ ਲਓ। ਸੁਨ ਸਤਿਗੁਰ ਤਿਨ ਦਿਸ ਪਿਖ ਬਿਕਸੇ, ਇਹ ਸੁਣ ਕੇ ਸਤਿਗੁਰੂ ਕਰਸਾਨਾਂ ਵੱਲ ਖਹਿਰੇ ਜੱਟਾਂ ਵੱਲ ਵੇਖ ਕੇ ਖੁਸ਼ ਹੋਏ ਹਨ। ਬਾਕ ਸੁਧਾ ਸਮ ਮੁਖ ਤੇ ਨਿਕਸੇ, ਤੇ ਅੰਮ੍ਰਿਤ ਵਾਂਗ ਵਰਗੇ ਜਿਹੜੇ ਬਚਨ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮੁਖ ਤੋਂ ਨਿਕਲੇ ਹਨ। ਸਭ ਜਗ ਮਿਥਿਆ ਰੂਪ ਨਿਹਾਰੈ, ਭਾਈ ਇਹ ਜਿਹੜਾ ਸਾਰਾ ਜਗਤ ਹੈ ਇਹ ਮਿਥਿਆ ਹੈ, ਇਸ ਐਸੇ ਮਿਥਿਆ ਸਰੂਪ ਨੂੰ ਦੇਖ। ਹਮ ਕਾਹੂ ਸੰਗ ਬੈਰ ਨ ਧਾਰੈ, ਭਾਈ ਜੇ ਕੋਈ ਨਿੰਦਿਆ ਕਰਦਾ ਦਾ ਫਲ ਪਾਲੂ, ਅਸੀਂ ਕਿਸੇ ਨਾਲ ਕੋਈ ਬੈਰ ਨਹੀਂ ਕਰਦੇ ਹਾਂ। ਮਿਥਿਆ ਮਾਨ ਅਪਰ ਅਪਮਾਨਾ, ਇਹ ਜਿਹੜਾ ਮਾਨ ਔਰ ਅਪਮਾਨ ਹੈ ਇਹ ਵੀ ਮਹਾਰਾਜ ਕਹਿੰਦੇ ਮਿਥਿਆ ਹੀ ਹੈ। ਹਰਖ ਸੋਕ ਹਮ ਨਾਹਿਨ ਠਾਨਾ, ਖੁਸ਼ੀ ਕੀ ਗਮੀ ਕੀ ਅਸੀਂ ਕੋਈ ਨਿੰਦਾ ਕਰਦਾ ਉਹਦੇ ਦਾ ਦੁੱਖ ਮੰਨੀਏ, ਕੋਈ ਵਡਿਆਈ ਕਰਦਾ ਉਹਦੀ ਖੁਸ਼ੀ ਮੰਨੀਏ, ਇਹ ਮਹਾਰਾਜ ਕਹਿੰਦੇ ਅਸੀਂ ਨਹੀਂ। ਭਾਵ ਨਾਹਿ ਠਾਨਾ, ਠਾਨਾ ਭਾਵ ਅਸੀਂ ਐਸਾ ਕੁਝ ਨਹੀਂ ਜਾਣਿਆ ਹੈ। ਕਰੈ ਕਰਮ ਜਸ ਤਸ ਫਲ ਪਾਵੈ, ਇੱਥੇ ਜਿਹੋ ਜੇ ਕੋਈ ਕਰਮ ਕਰਦਾ ਹੈ ਉਹੇ ਜਿਹਾ ਫਲ ਪਾ ਲੈਂਦਾ ਹੈ। ਬੁਰਾ ਭਲਾ ਨੇਹ ਫਲ ਨਹਿ ਜਾਵੈ, ਕੋਈ ਬੁਰਾ ਕਰਦਾ ਕੋਈ ਭਲਾ ਕਰਦਾ ਹੈ, ਇਹ ਜਾਣ ਲਓ ਕੋਈ ਵੀ ਕਰਮ ਨੇਫਲ ਨਹੀਂ ਜਾਂਦਾ ਹੈ। ਮਿਥਿਆ ਮਹਿ ਗਿਆਨੀ ਨਹਿ ਰਚੈ, ਹਾਂ ਜਿਹੜਾ ਇਹ ਸਭ ਕੁਝ ਹੈ ਜਗਤ ਵਿੱਚ ਮਿਥਿਆ ਹੀ, ਜਿਹੜਾ ਗਿਆਨੀ ਪੁਰਸ਼ ਹੈ ਉਹ ਨਹੀਂ ਇਹਦੇ ਵਿੱਚ ਰਚਦਾ ਹੈ। ਸਾਚ ਸਰੂਪ ਬੀਚ ਨਿਤ ਮਚੈ, ਉਹ ਤਾਂ ਹਮੇਸ਼ਾ ਹੀ ਸਤ ਸਰੂਪ ਦੇ ਵਿੱਚ ਮਚੈ ਭਾਵ ਰਚ ਮਿਚ ਜਾਂਦਾ ਹੈ। ਦੁਬਦਾ ਤੁਮ ਮਹਿ ਦੇਖੀ ਭੂਰ, ਇਹਦਾ ਮਹਾਰਾਜ ਕਹਿੰਦੇ ਭਾਈ ਤੁਹਾਡੇ ਵਿੱਚ ਅਸੀਂ ਵੱਡੀ ਦੁਬਦਾ ਵੇਖੀ। ਹਮ ਤਿਆਗਿਓ ਤਬ ਗ੍ਰਾਮ ਖਡੂਰ, ਇਸ ਕਰਕੇ ਅਸੀਂ ਫਿਰ ਖਡੂਰ ਨਗਰ ਨੂੰ ਤਿਆਗ ਦਿੱਤਾ। ਤੁਮ ਕੋ ਸੰਕਟ ਹੋਏ ਨ ਕੋਏ, ਤਾਂ ਕਰਕੇ ਵੀ ਭਾਈ ਜੇ ਸਾਡੇ ਗਿਆ ਤੁਹਾਡੇ ਦੁੱਖ ਮਿਟਦੇ ਚੰਗਾ ਹੀ ਹੈ, ਤੁਹਾਨੂੰ ਕੋਈ ਦੁੱਖ ਸੰਕਟ ਨਾ ਹੋਣ। ਬਸੋ ਸਦਨ ਮਹਿ ਦੁੱਖ ਨਹਿ ਜੋਏ, ਤੁਸੀਂ ਆਪਣੇ ਘਰਾਂ ਵਿੱਚ ਬਸੋ ਚੰਗੇ ਜੋ ਤੁਹਾਨੂੰ ਕੋਈ ਦੁੱਖ ਨਾ ਹੋਵੇ। ਹਮ ਤੋ ਜਹ ਬੈਠੈ ਹਰ ਖਾਵੈ, ਮਹਾਰਾਜ ਕਹਿੰਦੇ ਭਾਈ ਅਸੀਂ ਤਾਂ ਜਿੱਥੇ ਬੈਠੇ ਆ ਉੱਥੇ ਹੀ ਖੁਸ਼ ਹਾਂ। ਕਿਤ ਤੇ ਪਾਏ ਨ ਕਿਤ ਹੈ ਗਵਾਵੈ, ਇਹ ਕਹਿੰਦੇ ਮਹਾਰਾਜ ਕਹਿੰਦੇ ਵੀ ਕਿਤ ਤੇ ਪਾਏ, ਕਿਤੋਂ ਕੁਝ ਅਸੀਂ ਪਾਉਂਦੇ ਨਹੀਂ ਕਿਤੇ ਕੁਝ ਅਸੀਂ ਗਵਾਉਂਦੇ ਨਹੀਂ ਹਨ। ਹਾਨ ਲਾਭ ਹਮਰੇ ਕਿਛ ਨਾਹੀ, ਕੋਈ ਹਾਨ ਹਾਨੀ ਕੋਈ ਲਾਭ ਇਹ ਸਾਡੇ ਅੰਦਰ ਕੁਛ ਨਹੀਂ ਹੈ।
ਮੰਗਲ ਹੈ ਇਸ ਜੰਗਲ ਮਾਹੀ। ਅਸੀਂ ਭਾਈ ਇੱਥੇ ਹੀ ਖੁਸ਼ ਹਾਂ, ਇਹ ਜੰਗਲ ਵਿੱਚ ਹੀ ਮਹਾਰਾਜ ਕਹਿੰਦੇ ਸਾਡੇ ਲਈ ਤਾਂ ਆਨੰਦ ਮੰਗਲ ਹੈ। ਸੁਨ ਰਾਹਕ ਗਹਿ ਪਦ ਅਰਬਿੰਦ। ਜਿਹੜੇ ਕਰਸਾਨ ਸੀ ਫਿਰ ਉਹਨਾਂ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੇ ਚਰਨ ਫੜੇ। ਛਿਮਹੋ ਛਿਮਹੋ ਤੁਮ ਰੂਪ ਗੋਬਿੰਦ। ਕਹਿੰਦੇ ਮਹਾਰਾਜ ਛਿਮਾ ਕਰ ਦਿਓ, ਛਿਮਾ ਕਰ ਦਿਓ, ਤੁਸੀਂ ਪਰਮੇਸ਼ਰ ਦਾ ਰੂਪ ਹੋ। ਚੱਲ ਕੈ ਗ੍ਰਾਮ ਪ੍ਰਵੇਸ਼ਨ ਕੀਜੈ। ਕਿਰਪਾ ਕਰੋ ਖਡੂਰ ਸਾਹਿਬ ਚੱਲ ਕੇ ਪ੍ਰਵੇਸ਼ ਕਰੋ। ਮਹਾਰਾਜ ਭਾਵ ਉੱਥੇ ਚੱਲੋ। ਬਿਰਦ ਕਿਰਪਾਲ ਸੰਭਾਰ ਕਰੀਜੈ। ਤੁਹਾਡਾ ਬਿਰਦ ਹੈ ਕਿ ਕੋਈ ਭੁੱਲ ਮੰਗਦਾ ਉਹਨੂੰ ਛਿਮਾ ਕਰਨਾ। ਮਹਾਰਾਜ ਕਿਰਪਾਲੂ ਸੁਭਾਅ ਆਪਣਾ, ਉਸਨੂੰ ਸੰਭਾਲਣਾ ਕਰੋ ਜੀ। ਬਿਹਸ ਕਹਿਓ ਪੁਨ ਸਹਿਜ ਸੁਭਾਏ। ਬਿਹਸ ਕਹਿਓ ਪੁਨ। ਇਸ ਤਰ੍ਹਾਂ ਭਾਈ ਅਸੀਂ ਤਾਂ ਮਹਾਰਾਜ ਬਹਿਸ ਕਹਿਓ, ਕੋਈ ਅਸੀਂ ਤਾਂ ਉਹਦੇ ਪਿੱਛੇ ਲੱਗ ਕੇ ਕਹਿਤਾ ਸਹਿਜ ਸੁਭਾਅ। ਕੋਈ ਸਾਨੂੰ ਤਾਂ ਹੈ ਨਹੀਂ ਸੀ ਇੰਨਾ, ਕੋਈ ਈਰਖਾ ਨਹੀਂ ਸੀ, ਉਹ ਤਾਂ ਸਾਤੋਂ ਨੇ ਪਾਪ ਕਰਾਇਆ ਹੈ। ਹਮਰੇ ਹੱਠ ਨਾ ਹੋਏ ਕਿਸ ਭਾਏ। ਮਹਾਰਾਜ ਸਾਡਾ ਕੋਈ ਕਿਸੇ ਤਰ੍ਹਾਂ ਨਾ ਤੁਹਾਨੂੰ ਉੱਥੋਂ ਕੱਢਣ ਦਾ ਕੋਈ ਸਾਡੇ ਅੰਦਰ ਹੱਠ ਨਹੀਂ ਸੀ। ਐਬੋ ਇਹਾਂ ਜੇ ਜੈਬੋ ਗ੍ਰਾਮ। ਮਹਾਰਾਜ ਐਬੋ ਇਹਾਂ ਕੇ ਜੈਬੋ ਗ੍ਰਾਮ। ਉੱਥੇ ਮਹਾਰਾਜ ਜੀ ਤੁਸੀਂ ਨਗਰ ਵਿੱਚ ਜਾਵੋ, ਇੱਥੇ ਆਵੋ। ਇੱਕ ਸਮ ਬਹਿਰ ਕੇ ਬੈਠਾ ਹੈ ਧਾਮ। ਇੱਕ ਸਮ ਬਹਿਰ ਇੱਥੇ ਬੈਠੇ ਹੈ ਜਾਂ ਉੱਥੇ ਬੈਠੇ ਹੈ। ਦੂਜਾ ਇਹਦਾ ਭਾਵ ਹੈ ਮਹਾਰਾਜ ਕਹਿੰਦੇ ਭਾਈ ਜਦੋਂ ਕਿਹਾ ਵੀ ਮਹਾਰਾਜ ਆਪਣਾ ਬਿਰਦ ਸੰਭਾਲੋ। ਬਹਿਸ ਕਹਿਓ ਪੁਨ ਸਹਿਜ ਸੁਭਾਏ। ਬੇਹਸ ਮਹਾਰਾਜ ਨੇ ਆਨੰਦ ਵਿੱਚ ਸਹਿਜ ਸੁਭਾਅ ਇਹ ਗੱਲ ਕਹੀ। ਹਮਰੇ ਹੱਠ ਨਾ ਹੋਏ ਕਿਸ ਭਾਏ। ਅਸੀਂ ਕੋਈ ਭਾਈ ਇੱਥੇ ਹੱਠ ਕਰਕੇ ਨਹੀਂ ਬੈਠੇ। ਐਬੋ ਇਹਾਂ ਕੇ ਜੈਬੋ ਗ੍ਰਾਮ। ਚਾਹੇ ਇੱਥੇ ਬੈਠੇ ਰਹੀਏ ਚਾਹੇ ਉੱਥੇ ਚਲੇ ਜਾਈਏ ਨਗਰ ਵਿੱਚ, ਇੱਕ ਸਮ ਬਹਿਰ ਕੇ ਬੈਠਾ ਧਾਮ। ਸਾਡੇ ਲਈ ਇੱਕ ਹੀ ਬਰਾਬਰ ਹੈ, ਚਾਹੇ ਬਾਹਰ ਬੈਠੇ ਇੱਥੇ ਚਾਹੇ ਘਰ ਵਿੱਚ ਬੈਠੇ ਹਾਂ। ਜੇਕਰ ਤੁਮ ਪ੍ਰਸੰਨ ਸਮਦਾਏ। ਹਾਂ ਜੇ ਭਾਈ ਤੁਸੀਂ ਸਾਰੇ ਇਸ ਗੱਲ ਲਈ ਪ੍ਰਸੰਨ ਖੁਸ਼ ਹੋ। ਲੈ ਸੰਗ ਚੱਲੋ ਬਸੈ ਤਿਸ ਥਾਏ। ਚਲੋ ਤੁਸੀਂ ਸਾਨੂੰ ਉੱਥੇ ਲੈ ਚਲੋ, ਅਸੀਂ ਉਸ ਜਗ੍ਹਾ ਬਸ ਜਾਂਦੇ ਹਾਂ। ਸੁਣ ਹਰਖੇ ਨਾਰੇ ਔਰ ਸਮਦਾਈ। ਇਹ ਸੁਣ ਕਰਕੇ ਨਾ ਜਿੰਨੇ ਪ੍ਰਾਣੀ ਹਨ ਉਹ ਕਰਸਾਨ ਖਹਿਰੇ ਗੋਤ ਸੀ ਉਹਨਾਂ ਦਾ, ਜੱਟ ਜਿੰਨੇ ਜ਼ਿਮੀਂਦਾਰ ਹੈ ਸਾਰੇ ਪ੍ਰਸੰਨ ਹੋਏ ਮਨ ਕਰਕੇ। ਖਹਿਰਨ ਲੀਨ ਪ੍ਰਿਅੰਕ ਉਠਾਈ। ਫਿਰ ਉਹ ਖਹਿਰੇ ਜੱਟਾਂ ਨੇ ਸਤਿਗੁਰੂ ਜੀ ਦਾ ਪਲੰਘ ਚੁੱਕਿਆ ਹੈ। ਸਹਿਜ ਸੁਭਾਇਕ ਆਵਤ ਚੱਲੇ। ਇਉਂ ਹੁਣ ਖਾਨ ਛਾਪਰੀ ਤੋਂ ਸਹਿਜ ਸੁਭਾਅ ਚੱਲੇ ਆ ਰਹੇ ਆ ਖਡੂਰ ਸਾਹਿਬ ਨੂੰ। ਮਗ ਮਹਿ ਸ਼ੀਹਾਂ ਉੱਪਲ ਮਿਲੈ। ਤਾਂ ਰਸਤੇ ਦੇ ਵਿੱਚ ਸ਼ੀਹਾਂ ਉੱਪਲ ਗੋਤ ਦਾ ਖੱਤਰੀ ਉਹ ਮਿਲ ਗਿਆ। ਉੱਪਲ ਗੋਤ ਖੱਤਰੀਆਂ ਦਾ ਵੀ ਹੈ ਤੇ ਉੱਪਲ ਗੋਤ ਗੁਰਮੁਖੋ ਜੱਟ ਜ਼ਿਮੀਂਦਾਰਾਂ ਦਾ ਵੀ ਹੈ। ਤੇ ਇਹ ਸ਼ੀਹਾਂ ਜਿਹੜਾ ਸੀ ਉਹ ਉੱਪਲ ਗੋਤ ਦਾ ਖੱਤਰੀ ਸੀ। ਇਸੇ ਤਰ੍ਹਾਂ ਜਿਵੇਂ ਸਰਦਾਰ ਹਰੀ ਸਿੰਘ ਨਲੂਆ ਉਹ ਵੀ ਉੱਪਲ ਗੋਤ ਦਾ ਖੱਤਰੀ ਪਰਿਵਾਰ ਵਿੱਚੋਂ ਹੋਇਆ। ਹੁਣ ਬਹੁਤ ਨੇ ਵਿੱਚ ਐਵੇਂ ਲਿਖੀ ਜਾਂਦੇ ਆ ਕਿ ਹਰੀ ਸਿੰਘ ਨਲੂਆ ਰੰਗਰੇਟਾ ਸੀ ਕਿ ਮਜ਼੍ਹਬੀ ਸਿੱਖ ਪਰਿਵਾਰ। ਉਹ ਇਹ ਗੱਲਾਂ ਜਿਹੜੀਆਂ ਨੇ ਬੇਅਰਥ ਤੇ ਉਸ ਕਰਕੇ ਵੀ ਐਵੇਂ ਕਿਸੇ ਨੂੰ ਇੱਧਰ ਉੱਧਰ ਜੋੜੀ ਜਾਣਾ ਜੋ ਹੈ ਇਤਿਹਾਸ ਦੇ ਪੱਖ ਬਹੁਤ ਤਰੋੜ ਮਰੋੜ ਕੇ ਪੇਸ਼ ਕਰਨੇ ਠੀਕ ਨਹੀਂ ਹੁੰਦੇ। ਉਹ ਉੱਪਲ ਗੋਤ ਦੇ ਖੱਤਰੀ ਪਰਿਵਾਰ ਵਿੱਚੋਂ ਸਰਦਾਰ ਹਰੀ ਸਿੰਘ ਨਲੂਆ ਪੈਦਾ ਹੋਏ ਹੈ। ਇਉਂ ਰਸਤੇ ਦੇ ਵਿੱਚ ਮਗ ਮਹਿ ਸ਼ੀਹਾਂ ਉੱਪਲ ਮਿਲਿਆ। ਰਸਤੇ ਵਿੱਚ ਭਾਈ ਸ਼ੀਹਾਂ ਉੱਪਲ ਗੋਤ ਦਾ ਖੱਤਰੀ ਉਹ ਮਿਲਿਆ ਹੈ। ਦੇਖਤ ਹੀ ਪਗ ਬੰਧਨ ਕਰੀ। ਉਹਨੇ ਜਦੋਂ ਵੇਖਿਆ ਗੁਰੂ ਅੰਗਦ ਦੇਵ ਜੀ ਨੂੰ ਚਰਨਾਂ ਤੇ ਨਮਸਕਾਰ ਕੀਤੀ। ਭਇਓ ਨਿਮਰ ਔਰ ਸ਼ਰਧਾ ਧਰੀ। ਤੇ ਬਹੁਤ ਨਿਮਰਤਾ ਵਿੱਚ ਆ ਕੇ ਹਿਰਦੇ ਅੰਦਰ ਸ਼ਰਧਾ ਧਾਰਨ ਕੀਤੀ। 100 ਅਜ 100 ਸੰਗ ਤਹਿ ਅਹੋ।
ਉਹਦੇ ਨਾਲ ਗੁਰਮੁਖੋ 100 ਅੱਜ ਨਾਮ ਬੱਕਰੇ ਦਾ ਹੈ। 100 ਬੱਕਰਾ ਲਈ ਜਾਂਦਾ ਸੀ ਇਕੱਠਾ ਉਸ ਸਮੇਂ। ਤੈਨ ਕੋ ਦੇਖ ਗੁਰੂ ਬਚ ਕਹੇ, ਜੋ 100 ਅੱਜ ਸੋ ਸੰਗਤ ਹੈ ਇਹ। 100 ਭਾਵ ਬੱਕਰਾ ਜਿਹੜਾ ਹੈ ਉਹ ਇਕੱਠਾ ਲਈ ਜਾਂਦਾ ਹੈ। ਤਿੰਨ ਕੋ ਦੇਖ ਗੁਰੂ ਬਚ ਕਹੇ, ਉਹਨੂੰ ਵੇਖ ਕੇ ਗੁਰੂ ਸਾਹਿਬ ਨੇ ਬਚਨ ਕਹੇ। ਭੋ ਸਿੰਘਾਂ ਇਹੋ ਕਿਤ ਤੇ ਲਿਆਏ, ਉਹ ਭਾਈ ਸੀਹੇ ਉੱਪਲ, ਭਾਈ ਕਿੱਥੋਂ ਲੈ ਕੇ ਆਇਆ ਹੈ। ਕਿਉਂ ਕੀਨਸ ਇਨ ਕੋ ਸਮੁਦਾਏ, ਇਹਨਾਂ ਨੂੰ ਭਾਈ ਕਿਉਂ ਇਕੱਠਾ ਕੀਤਾ, ਇਹਨਾਂ 100 ਲਈ ਆਉਂਦਾ ਹੈ। ਸੁਣ ਕਰ ਜੋਰੇ ਕਹਿਓ ਬਿਰਤੰਤਾ, ਉਹਨੇ ਸੁਣ ਕੇ ਹੱਥ ਜੋੜੇ ਸਭ ਦੱਸਿਆ ਹਾਲ। ਹੇ ਸ੍ਰੀ ਸਤਿਗੁਰ ਜੀ ਭਗਵੰਤਾ, ਹੇ ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਭਗਵਾਨ, ਮੋਹੇ ਪੁੱਤਰ ਕੋ ਮੁੰਡਨ ਹੈ। ਮਹਾਰਾਜ ਜੀ ਮੇਰੇ ਪੁੱਤਰ ਦਾ ਮੁੰਡਨ ਹੈ। ਤੇ ਇਹ ਵੀ ਲਿਖਿਆ ਗ੍ਰੰਥਾਂ ਵਿੱਚ ਵੀ, ਕਹਿੰਦਾ ਪੁੱਤਰ ਦਾ ਮੁੰਡਨ ਮੰਗਣਾ ਹੈ। ਜਿਹੜਾ ਲੜਕੀ ਵਾਲਿਆਂ ਨੇ ਬਹੁਤ ਵੱਡਾ ਪ੍ਰੋਗਰਾਮ ਰਚਿਆ, ਚੰਗਾ ਇਹ ਅਮੀਰ ਬੰਦਾ ਸੀ। ਇਹ ਸਤਿਗੁਰੂ ਸੱਚੇ ਪਾਤਸ਼ਾਹ ਵੱਡ ਉਤਸ਼ਾਹੇ ਕਰਿਓ ਹਮ ਚਾਹੈ, ਤੇ ਮੈਂ ਵੱਡਾ ਉਤਸ਼ਾਹ ਇਕੱਠ ਕਰਨਾ ਚਾਹੁੰਦਾ ਹਾਂ। ਹਮਰੀ ਕੁੱਲ ਸਭ ਇੱਕ ਠਾਂ ਹੋਏ, ਫਿਰ ਸਾਡੀ ਜਿਹੜੀ ਕੁੱਲ ਹੈ ਸਾਰਿਆਂ ਨੇ ਇੱਕ ਜਗ੍ਹਾ, ਰਿਸ਼ਤੇਦਾਰ ਸਾਗ ਸੰਬੰਧੀ ਇਕੱਠੇ ਹੋਣਾ, ਸਾਰੇ ਹੋਣਗੇ। ਦੂਰ ਦਰਾਡੇ ਤੋਂ ਰਿਸ਼ਤੇਦਾਰੀਆਂ ਉਹ ਵੀ ਵੱਧ ਚੜ ਕੇ ਆਉਣਗੀਆਂ। ਤੇ ਇਸ ਕਰਕੇ ਮਹਾਰਾਜ ਇਕੱਠ ਵੱਡਾ ਹੋਣਾ ਹੈ। ਵੱਡੇ ਹਮਾਰਨ ਕੀ ਵਿਦ ਸੋਏ, ਫਿਰ ਜਿਹੜੇ ਮਹਾਰਾਜ ਜੀ ਸਾਡੇ ਪਹਿਲਾਂ ਤੋਂ ਕੁੱਲ ਦੇ ਵਿੱਚ ਵੱਡੇ ਵਡੇਰੇ ਹੋਏ ਬਜ਼ੁਰਗਾਂ ਤੋਂ ਇਸ ਤਰ੍ਹਾਂ ਚੱਲਿਆ ਹੈ। ਇਸ ਵਿਦ ਕਰਨ ਅਹਿ ਵਿਵਹਾਰ, ਤੇ ਵੱਡਿਆਂ ਦੀ ਇਸ ਤਰ੍ਹਾਂ ਦੀ ਵਿਧੀ ਐ, ਇਸ ਕਰਕੇ ਮਹਾਰਾਜੇ ਅਸੀਂ ਵਿਵਹਾਰ ਕਰਨ ਲੱਗੇ ਹਾਂ। ਆਵੇ ਆਮਿਖ ਕਰਹਿ ਆਹਾਰ, ਉਹ ਆਉਣਗੇ ਸਾਰੇ ਜਾਣੇ। ਆਮਿਖ ਨਾ ਮਾਸ ਦਾ ਵੀ, ਮਹਾਰਾਜ ਮਾਸ ਬਣਾਉਣਾ ਹੈ, ਮੀਟ, ਸਾਰੇ ਮਾਸ ਦਾ ਆਹਾਰ ਕਰਨਗੇ। ਸੁਣ ਕਰ ਬਿਕਸੇ ਗੁਰੂ ਕਿਰਪਾਲ, ਤਾਂ ਸੁਣ ਕੇ ਗੁਰੂ ਕਿਰਪਾਲੂ ਸਤਿਗੁਰੂ ਜੀ ਹੱਸੇ ਹਨ। ਭਲੋ ਕਰਨ ਹਿਤ ਕਹਿਤੇ ਸਕਾਲ, ਉਹਦਾ ਫਿਰ ਭਲਾ ਕਰਨ ਵਾਸਤੇ ਉਸ ਸਮੇਂ ਬਚਨ ਕਹੇ। ਇਤਨੇ ਜੀਵਨ ਹਿੰਸਾ ਕਰੈ, ਵੇਖ ਇੰਨੇ ਜੀਵਾਂ ਦੀ ਹਿੰਸਾ ਕਰਦਾ ਹੈ। ਪਾਪ ਵਿਸਾਲ ਆਪਨ ਸਿਰ ਧਰੈ, ਤੇ ਕਿੱਡੇ ਵੱਡੇ ਪਾਪ ਹੈ ਜਿਹੜੇ ਆਪ ਦੇ ਸਿਰ ਤੇ ਧਰੇਗਾ। ਸੁਖ ਭੋਗੈਂਗੇ ਸਗਰੇ ਲੋਕ, ਖਾਣ ਵਾਲਿਆਂ ਨੇ ਖਾ ਕੇ ਤੁਰ ਜਾਣਾ, ਉਹ ਤਾਂ ਆਨੰਦ ਮਾਣਨਗੇ। ਸੁੱਖ ਇੱਕ ਬਹੁਤ ਵਧੀਆ ਖਵਾਇਆ, ਬੜੀ ਸੇਵਾ ਕੀਤੀ, ਵਾਹ ਵੀ ਵਾਹ, ਉਹ ਤਾਂ ਸੁੱਖ ਭੋਗਣਗੇ, ਆਪਦਾ ਭਾਵਾ ਖਾਣ ਪੀਣ ਸਵਾਦ ਮਾਣਨਗੇ। ਆਪਦਾ ਪਰੈ ਤੋਹੇ ਪਰਲੋਕ, ਪਰ ਸੀਹਿਆਂ ਪਰਲੋਕ ਵਿੱਚ ਬਿਪਤਾ ਤੈਨੂੰ ਪੈਣੀ ਹੈ। ਜਿਨ ਕੇ ਹਿਤ ਅਗ ਕਰਮ ਕਰਾਏ, ਆ ਜਿਨ੍ਹਾਂ ਦੇ ਵਾਸਤੇ ਤੂੰ ਆ ਪਾਪ ਕਰਮ ਕਰਦਾ ਹੈ ਨਾ, ਤਹਾਂ ਨਰੰਚਕ ਹੋਏ ਸਹਾਏ, ਉੱਥੇ ਇਹਨਾਂ ਨੇ ਭੋਰਾ ਮਾਤਰ ਵੀ ਸਹਾਈ ਨਹੀਂ ਹੋਣਾ ਜਿਨ੍ਹਾਂ ਲਈ ਪਾਪ ਕਮਾਉਣਾ ਹੈ। ਇਹ ਜਾਣ ਲੈ, ਇਹ ਗੁਰਮੁਖੋ ਲੇਖਾ ਹੈ। ਜਿੰਨੇ ਵੀ ਹੈ, ਚਾਹੇ ਕੋਈ ਨੌਜਵਾਨ ਬੱਚੇ ਬੱਚੀਆਂ ਵਿਆਹ ਸ਼ਾਦੀ ਜਿਨ੍ਹਾਂ ਕਰਾਏ ਹੋਣੇ ਹੈ, ਇਹ ਗੱਲ ਯਾਦ ਰੱਖਣੀ। ਮਾਂ ਬਾਪ ਵੀ ਚਾਹੇ ਕੋਈ, ਕਿਉਂਕਿ ਰਿਕਾਰਡ ਬੜੀ ਦੂਰ ਤੱਕ ਸੁਣਦੇ ਆ ਲੋਕ, ਇੱਥੋਂ ਦੇਸ਼ਾਂ ਵਿਦੇਸ਼ਾਂ ਤੱਕ ਸਭ ਨੇ ਕਥਾ ਜਾਂਦੀ ਹੈ। ਬੜੀ ਦੂਰੋਂ ਦੂਰੋਂ ਕਈ ਵਾਰ ਅਚਰਜ ਹੁੰਦਾ ਹੈ, ਹੈਰਾਨੀ ਹੁੰਦੀ ਹੈ, ਫੋਨ ਆਉਂਦਾ ਹੈ। ਇਹ ਬਹੁਤ ਜਿੱਥੇ ਗੁਰਸਿੱਖ ਪਰਿਵਾਰ ਸੁਣਦੇ ਆ, ਉੱਥੇ ਹਿੰਦੂ ਪਰਿਵਾਰ ਵੀ। ਦਿੱਲੀ ਤੋਂ ਇੱਕ ਗੁਰਮੁਖ ਪਿਆਰੇ ਦਾ ਫੋਨ ਆਇਆ, ਕਹਿੰਦਾ ਜੀ ਮੈਨੂੰ ਆਪਦਾ ਨੰਬਰ ਭੇਜਿਆ ਵੀ ਮੈਨੂੰ ਕਥਾ ਸਿੱਧੀ ਭੇਜ ਦਿਆ ਕਰੋ, ਕਿ ਮੈਂ ਕਥਾ ਸੁਣਦਾ ਹੁੰਦਾ ਤੁਹਾਡੀ। ਤੇ ਆਪਣਾ ਨਾਮ ਵਗੈਰਾ ਦੱਸਿਆ। ਚਲੋ ਮਹਾਰਾਜ ਦੀ ਕਿਰਪਾ ਹੈ ਭਾਈ, ਇਹ ਤਾਂ ਮੇਰੀ ਕਾਹਦੀ ਕਥਾ ਹੈ, ਗੁਰੂ ਦੀ ਹੈ, ਤੇ ਮਹਾਰਾਜ ਸੇਵਾ ਲੈ ਰਹੇ ਹੈ। ਉਹ ਹੁਣ ਚਲੋ ਸ਼ਬਦਾਵਲੀ ਅਗਲੇ ਦੀ ਵਰਤਣ ਵਾਲੀ, ਹੁਣ ਆਪਾਂ ਸੁਭਾਵਿਕ ਹੀ ਹੈ,
ਇਹ ਤਾਂ ਇੱਕ ਸ਼ਬਦਾਵਲੀ, ਇਹਦਾ ਭਾਵ ਤਾਂ ਇਹ ਕਥਾ ਤਾਂ ਗੁਰੂ ਇਤਿਹਾਸ ਹੈ, ਜਿਨ੍ਹਾਂ ਨੇ ਇਹ ਇਤਿਹਾਸ ਪਹਿਲਾਂ ਜੀਵਿਆ। ਫਿਰ ਭਾਈ ਧੰਨਵਾਦ ਉਹਨਾਂ ਦਾ ਹੈ ਜਿਨ੍ਹਾਂ ਨੇ ਇਤਿਹਾਸ ਨੂੰ ਲਿਖਿਆ, ਬਣਾਇਆ, ਕਿੰਨਾ ਲਿਖਤ ਵਿੱਚ ਕੀਤਾ, ਕਿੱਡਾ ਮਹਾਰਾਜ ਨੇ ਉਹਨਾਂ ਨੂੰ ਦਿਮਾਗ ਵਰਤਿਆ। ਆਪਾਂ ਤੋਂ ਤਾਂ ਇੱਕ ਸਾਖੀ ਦੀ ਛੰਦਾਬੰਦੀ ਨਹੀਂ ਹੋਣੀ। ਇਹਦਾ ਹੁਣ ਮੈਂ ਕਈ ਪ੍ਰਚਾਰਕ ਨਿੰਦਾ ਬਥੇਰੀ ਕਰਦੇ ਆ, ਇੱਕ ਸਾਖੀ ਕਾਵਿ ਰੂਪ ਵਿੱਚ ਨਹੀਂ ਲਿਖ ਸਕਦੇ। ਤੇ ਕਿਹੜੇ ਕਿਹੜੇ ਗ੍ਰੰਥ ਉਹਨਾਂ ਲਿਖੇ, ਆਪ ਨਾ ਦੇਹ ਚੁਰੂ ਭਰ ਪਾਣੀ ਤੇ ਨਿੰਦਾ ਜੇ ਗੰਗਾ ਨਹੀਂ। ਤੇ ਜਿਹੜੇ ਲਾਭ ਉਠਾਈ ਜਾਂਦੇ ਆ, ਹੁਣ ਇੱਥੇ ਤਾਂ ਆਪਾਂ ਚਾਹੇ ਸੁਣਾ ਰਿਹਾ ਕੋਈ, ਚਾਹੇ ਸੁਣ ਰਹੇ, ਆਪਾਂ ਤਾਂ ਦੋਵੇਂ, ਮੈਂ ਵੀ ਤੁਸੀਂ ਵੀ ਲਾਭ ਉਠਾ ਰਹੇ ਆ, ਆਪਦੇ ਜੀਵਨ ਦਾ ਫਾਇਦਾ ਕਰ ਰਹੇ ਆ। ਜਿਹੜਾ ਜਿਹੜੇ ਸੁਣ ਲਈ ਉਹ ਫਾਇਦਾ ਹੋ ਜਾਣਾ। ਇਹ ਹੁਣ ਕਹਿਣ ਦਾ ਭਾਵ ਹੈ ਕਿ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਵਾਸਤੇ ਪਾਪ ਕਰਨਾ, ਆ ਜੀਵ ਹਿੰਸਾ ਕਰਨੀ ਹੈ, ਉਹਨਾਂ ਨਾਲ ਤਾਂ ਉਹ ਤਾਂ ਖਾ ਕੇ ਮੌਜ ਤੈਨੂੰ ਸ਼ਾਬਾਸ਼ ਕਹਿ ਜਾਣਗੇ ਇੱਕ ਅੱਧੀ ਵਾਰ। ਹੋ ਸਕਦਾ ਵਿੱਚ ਕੋਈ ਬਥੇਰੇ ਨਿੰਦਾ ਵੀ ਕਰਨ, ਵੀ ਉਹ ਤਾਂ ਠੀਕ ਹੈ ਪਰ ਗੱਲ ਜੀ ਨਹੀਂ ਬਣੀ, ਆ ਵੀ ਕਹਿ ਕੇ ਤੁਰ ਜਾਣਾ। ਤੇ ਲੇਖਾਂ ਸਿਆਂ ਤੈਨੂੰ ਦੇਣਾ ਪੈਣਾ। ਆਨੰਦ ਕਾਰਜ ਹੁੰਦੇ ਆ, ਦੇਖੋ ਇੱਕ ਕਾਰਨ ਹੈ, ਕਾਰਜ ਕਾਰਨ ਨਾ ਬਣਦਾ, ਇਹ ਸਮਝਦੇ ਹੋ। ਜਿਵੇਂ ਵਿਆਹ ਕਾਰਜ ਹੈ, ਪਰ ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਜਿਨ੍ਹਾਂ ਦਾ ਵਿਆਹ ਹੈ ਉਹ ਲੜਕਾ ਤੇ ਲੜਕੀ, ਉਹ ਲੜਕਾ ਲੜਕੀ ਕਾਰਨ ਨੇ, ਕਾਰਨ ਤੋਂ ਕਾਰਜ ਬਣਦਾ ਹੈ। ਕਾਰਜ ਵਿੱਚ ਪਾਪ ਹੋਇਆ, ਉਹਦਾ ਫਲ ਕਾਰਨ ਨੂੰ ਭੋਗਣਾ ਪੈਣਾ। ਖਾਣ ਵਾਲਿਆਂ ਨੇ ਖਾ ਕੇ ਤੁਰ ਜਾਣਾ, ਪਰ ਇਹ ਯਾਦ ਰੱਖੋ ਦੁੱਖ ਉਸ ਲੜਕੇ ਤੇ ਲੜਕੀ ਨੂੰ ਮਿਲੂਗਾ। ਇਹ ਫਿਰ ਮਾਤਾ ਪਿਤਾ ਉਹ ਜੀ ਐਂ ਹੋ ਗਿਆ, ਆਹ ਹੋ ਗਿਆ, ਆਹ ਤਕਲੀਫਾਂ, ਤੇ ਫਿਰ ਉਹ ਜਿਹੜਾ ਪਾਪ ਹੋਇਆ ਭਾਈ ਉਹਦਾ ਫਲ ਤਾਂ ਉਹਨੂੰ ਲੈਣਾ ਹੀ ਪੈਣਾ ਨਾ। ਇਸ ਕਰਕੇ ਆਪਾਂ ਕਿਉਂ ਕਿਸੇ ਪਾਪ ਦੇ ਭਾਗੀਦਾਰ ਬਣੀਏ? ਕੋਈ ਗੱਲ ਤੇ ਤਲਵਾਰ ਨਹੀਂ ਧਰੀ 4 ਦਿਨ ਦੀ, ਐਵੇਂ ਵਾਹ 4 ਦਿਨ ਵੀ ਕਾਹਦਾ ਹੈ, ਕੋਈ ਨਹੀਂ ਹੈ। ਇਸ ਕਰਕੇ ਸ਼ਰਾਬਾਂ ਕਬਾਬਾਂ ਤੋਂ ਬਚਣਾ ਚਾਹੀਦਾ। ਬੜੇ ਹੋਰ ਪਦਾਰਥ ਨੇ, ਜਿੰਨੇ ਮਰਜ਼ੀ ਛਕ ਲਓ। ਵਾਹਿਗੁਰੂ ਪ੍ਰਮਾਤਮਾ ਨੇ ਕਿੰਨਾ ਕੁਝ ਬਣਾਇਆ, ਪਰ ਉਧਰ ਨੂੰ ਤਾਂ ਕਈ ਵਾਰ ਆਪਾਂ ਵੇਖਦੇ ਆ, ਹੁਣ ਵਿਆਹ ਸ਼ਾਦੀ ਜਾਣਾ ਪੈਂਦਾ, ਜਿਹੜੇ ਚੰਗੀ ਕੋਈ ਚੀਜ਼ ਆ ਉਹ ਤਾਂ ਐ ਆ ਵੀ ਤਰਸਾਈ ਜਾਣਗੇ। ਆ ਫਰੂਟ ਬਰਾੜ ਜਾਂ ਕਈ ਵਾਰ ਦੇਖਿਆ ਰੋਕੀ ਜਾਣ, ਹਜੇ ਨਾ ਕਰੀ ਸ਼ੁਰੂ, ਮੁੱਕ ਜੋ ਹਜੇ, ਤੇ ਸ਼ਰਾਬ ਪਹਿਲਾਂ ਹੀ ਕਰ ਦੋ ਸ਼ੁਰੂ, ਉਹ ਨਾ ਕੋਈ ਮੁੜ ਜੇ, ਉਹ ਨਾਸਾਂ 'ਚ ਦੇਣ ਤੇ ਹੀ ਜਾਂਦੇ ਆ ਉੱਥੇ। ਜੇ ਨਹੀਂ ਵੀ ਕਹਿੰਦਾ ਬਿੰਦਕ ਬਾਅਦ ਕੋਈ ਨਾ ਕੋਈ ਆ ਜਾਂਦਾ, ਮੂਹਰੇ ਨੂੰ ਕਰਨਗੇ। ਇਹ ਹਾਲਾਤ ਨੇ। ਤੇ ਜੇ ਕੋਈ ਚੰਗਾ ਉਹ ਤਾਂ ਐ ਹੁੰਦਾ, ਉਹ ਫਿਰ ਉਹ ਜੇ ਜੂਸ ਜਾ ਪਿਆਉਣਾ, ਉਹ ਕਹਿਣਗੇ ਕੋਈ ਨਹੀਂ ਖੰਡ ਪਾ ਦੇ ਵਿੱਚ, ਪਾਣੀ ਘੋਲ ਦੇ, ਖੰਡ ਘੋਲ ਕੇ ਮਿੱਠਾ ਪਾ, ਇਹ 'ਚ ਵਧਾ ਇਹਨੂੰ ਇੰਨਾ। ਇਹ ਕਿਤੇ ਬੰਦਿਆਂ ਦੇ ਪੀਣ ਵਾਲੀ, ਇਹ ਤਾਂ ਜਿਹੜੇ ਅੰਮ੍ਰਿਤਧਾਰੀ ਦਾ ਤਾਂ ਹਾਲ ਆਪਾਂ ਦੇਖਦੇ ਆਂ, ਇਹੋ ਜਿਹਾ ਹੁੰਦਾ ਵਿਆਹ ਸ਼ਾਦੀਆਂ। ਗੁਰੂ ਕਿਰਪਾ ਕਰੇ ਮੱਤ ਆਵੇ, ਸਿੱਖਾਂ ਦੇ ਵਿਆਹਾਂ ਵਿੱਚ ਇਹ ਪਾਪ ਨਹੀਂ ਹੋਣਾ ਚਾਹੀਦਾ। ਗੁਰੂ ਸਾਹਿਬ ਨੇ ਇਹ ਗੱਲ ਕਹੀ ਹੈ, ਕਈ ਵਾਰ ਐਸਾ ਚਾਰਜ ਹੁੰਦਾ। ਮੇਰੇ ਇੱਕ ਵੇਖਣ ਦੀ ਗੱਲ ਹੈ, ਇਹ ਗੁਰਮੁਖੋ 1995 ਦੀ ਗੱਲ ਹੈ। ਬਾਹਰੋਂ ਆਇਆ ਸੀ ਪਰਿਵਾਰ ਇੱਕ, ਹੁਣ ਉਹ ਨਾਮ ਨਹੀਂ ਲੈਣਾ, ਤੇ ਉਦੋਂ ਜੇ ਪ੍ਰਚਾਰ ਨਹੀਂ ਸੀ ਜ਼ਿਆਦਾ ਕਰਦੇ ਹੁੰਦੇ, ਉਹੀ ਹੁੰਦੇ ਸੀ ਸੰਤਾਂ ਨੇ ਜਾ ਵੜਨਾ, ਆਪਦਾ ਕਿਰਤ ਕਰ, ਤੇ ਨਾਲ ਜਾਜੂ ਵੜਨਾ ਇੱਧਰ ਉੱਧਰ। ਉਹ ਬੜਾ ਤਕੜਾ ਪ੍ਰੋਗਰਾਮ ਉੱਥੇ ਵਿੱਢਿਆ। ਉਸ ਸਮੇਂ ਉਹ ਕੋਈ ਨਿੱਕੇ ਨਿੱਕੇ ਚੂਚੇ ਸੀ, ਕਹਿੰਦੇ ਜੀ ਬਾਹਰੋਂ ਪਰਿਵਾਰ ਆਇਆ। ਉਦੋਂ ਤਾਂ ਦੁਰਲੱਭ ਹੀ ਹੁੰਦਾ ਸੀ ਨਾ, ਆਪਾਂ ਦੇਖਦੇ ਰਹੇ। ਹੁਣ ਜ਼ਮਾਨਾ ਹੋ ਗਿਆ, ਬਦਲ ਗਿਆ। ਉਦੋਂ ਤਾਂ ਜੇ ਕੋਈ ਬਾਹਰੋਂ ਆਉਂਦਾ ਹੁੰਦਾ ਜੀ, ਨਿੱਕੇ ਨਿੱਕੇ ਹੁੰਦੇ, ਤੇ ਜਦੋਂ ਛੋਟੇ ਸੀ ਮੋਰੀਆਂ ਰਾਹੀਂ ਦੇਖਣਾ ਵੀ ਫਲਾਣਾ ਬਾਹਰੋਂ ਆਇਆ, ਪਤਾ ਨਹੀਂ ਕਿਹੋ ਜਿਹਾ ਹੋਊਗਾ। ਤੇ ਉਹਨੇ ਫਿਰ ਉਹਦੇ ਕਈਆਂ ਨੇ ਆਪਾਂ ਦੇਖਦੇ ਰਹੇ, ਐਵੇਂ ਉਹਦੇ ਪੱਠੇ ਪਾਈ ਜਾਣੇ ਜਾ ਕੇ। ਉਹਨੇ 2 ਮਹੀਨੇ ਟੌਰਨਾ ਫਿਰਨਾ, ਤੇ ਜਾਂਦੇ ਹੋਏ ਨੇ ਆਪਦੇ ਬੂਟ ਜੇ ਲਾ ਕੇ ਦੇ ਜਾਣੇ ਕਿਸੇ ਨੂੰ, ਕੋਈ ਜਾਂ ਕੋਟ ਜਿਹਾ ਦੇ ਜਾਣਾ। ਉਹ ਫਿਰ ਉਸੇ ਨੂੰ ਦੇਖ ਦੇਖ ਚੌੜੇ ਹੋ ਜਾਣੇ, ਬਾਹਰੋਂ ਲਿਆਂਦੀ ਹੈ ਚੀਜ਼। ਉਹ ਜਦੋਂ ਉੱਥੇ, ਔਰ ਮੈਂ ਤਾਂ ਉੱਥੇ ਦੇਖਿਆ ਕਿੰਨਾ ਕੁਛ ਹੈ ਉੱਥੇ। ਪਹਿਲੀ ਗੱਲ ਤਾਂ ਕੱਪੜਾ ਹੀ ਨਹੀਂ ਬਣਦਾ ਉੱਥੇ, ਆ ਜਿੰਨਾ ਬੰਗਲਾਦੇਸ਼ ਦਾ ਹੁੰਦਾ, ਉਹ ਤਾਂ ਇੱਕ ਆਪਾਂ ਨੂੰ ਹੁੰਦਾ ਵੀ ਚਲੋ ਬਾਹਰੋਂ ਆਇਆ। ਇਹ ਆਇਆ ਸੀ ਤੇ ਉਹ
ਇਹ ਦੇਖਣ ਦੀ ਗੱਲ ਹੈ। ਪ੍ਰਤੱਖ ਪੂਰੀ ਤਿਆਰੀ, ਬੱਚਾ ਹੋਇਆ ਸੀ, ਉਹਦੀ ਛਟੀ ਸੀ। ਤੇ ਸ਼ਾਇਦ ਉਦੋਂ ਇੰਨੀ ਮੈਨੂੰ ਯਾਦ ਨਹੀਂ ਵੀ ਕਾਫੀ ਲਿਆਂਦਾ, 200-250 ਕੋਈ ਉਹਨਾਂ ਨੇ ਉਹ ਮੁਰਗੀਆਂ ਦੇ ਬੱਚੇ ਸੀ, ਚੂਹੇ ਨਰਮ ਜਿਹੜੇ ਆ ਭਾਵ ਉਹ ਮਾਸਲੇ ਇਹ ਮਾਰਨੇ ਆ। ਪੂਰੀ ਬੰਦੋਬਸਤ ਸਾਰਾ ਕੁਝ ਹੋ ਗਿਆ ਐਨ। ਜਿੱਦਾਂ ਉਹ ਪਰਨਾ ਹਲਵਾਈ ਵਗੈਰਾ ਆਉਣ ਦਾ ਟਾਈਮ ਹੋਇਆ, ਉਹਨਾਂ ਦਾ ਬਜ਼ੁਰਗ ਸੀ, ਇੱਕ ਸੀ ਤਾਂ ਉਮਰ ਦਾ ਕਾਫੀ, ਤੇ ਉਹਦੀ ਮੌਤ ਹੋ ਗਈ। ਉਦੋਂ ਅਸੀਂ ਉੱਥੇ ਬੈਠੇ ਸੰਤਾਂ ਕੋਲੇ ਬੜੇ ਹੱਸੀਏ ਵੀ ਇੱਕ ਮਰ ਗਿਆ ਤੇ 200-250 ਦੀ ਜਾਨ ਬਚਾ ਗਿਆ। ਜੇ ਨਾ ਮਰਦਾ ਉਹ ਤਾਂ ਗਏ ਸੀ ਨਾ ਵਿਚਾਰੇ, ਪਤਾ ਸੀ ਉਹਨਾਂ ਨੇ ਕਿੰਨੀਆਂ ਕੁ ਅਰਦਾਸਾਂ ਕੀਤੀਆਂ ਹੋਣੀਆਂ। ਤੇ ਉਹ ਇਹੋ ਜਿਹਾ ਹੋਇਆ ਕਰੇ ਵੀ ਚਲੋ ਜੀ ਅਖੇ ਹੁਣ ਤਾਂ ਚੰਗੇ ਨਹੀਂ ਲੱਗਦੇ। ਫਿਰ ਉਹ ਕੰਮ ਰੁਕਿਆ। ਮਹਾਰਾਜ ਕਿਰਪਾ ਕਰੇ। ਇਹ ਗੱਲ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਵਾਸਤੇ ਪਾਪ ਕਮਾਉਣਾ ਹੈ, ਖਾਣ ਵਾਲਿਆਂ ਨੇ ਖਾ ਕੇ ਤੁਰ ਜਾਣਾ, ਪਰ ਤੈਨੂੰ ਪਰਲੋਕ ਦੇ ਵਿੱਚ ਬਿਪਤਾ ਤੈਨੂੰ ਪੈਣੀ ਹੈ। ਜਿਨ ਕੇ ਹਿਤ ਅਗ ਕਰਮ ਕਰਾਏ, ਤਾਹਾਂ ਨਾ ਰੰਚਕ ਹੋਏ ਸਹਾਏ। ਉਹ ਜਿਨ੍ਹਾਂ ਵਾਸਤੇ ਪਾਪ ਕਮਾਏ, ਇਹ ਪਾਪ ਕਰੇਗਾ ਸਿੰਘਿਆ, ਉਹਨਾਂ ਨੇ ਰੰਚਕ ਭਰਵੀ, ਤੇਰਾ ਉੱਥੇ ਪਰਲੋਕ ਵਿੱਚ ਕੋਈ ਸਹਾਇਕ ਨਹੀਂ ਹੋਣਾ ਹੈ। ਧਰਮ ਰਾਏ ਜਬ ਕਰ ਹੈ ਲੇਖਾ। ਜਦੋਂ ਸਿੰਘਿਆ ਮਹਾਰਾਜ ਕਹਿੰਦੇ ਧਰਮ ਰਾਜ ਤੇਰਾ ਲੇਖਾ ਜੋਖਾ ਕਰੂਗਾ, ਲਹੈ ਮਹਾ ਦੁੱਖ ਰਹਿ ਨ ਸੇਖਾ। ਤਾਂ ਇਹ ਜਾਣ ਲਈ ਉੱਥੇ ਵੱਡੇ ਦੁੱਖ ਭੋਗਣੇ ਪੈਣੇ ਆ। ਰਹੇ ਨਾ ਸੇਖਾ, ਕੋਈ ਸੇਖ ਬਾਕੀ ਨਹੀਂ ਰਹਿਣੀ ਹੈ। ਪੁਨ ਮੁੰਡਨ ਕੀ ਰੀਤੀ ਜੋਏ। ਫਿਰ ਇਹ ਜਿਹੜੀ ਮੁੰਡਨ ਕਿਰਿਆ ਹੈ, ਇਹ ਜਿਹੜੀ ਰੀਤੀ ਹੈ, ਪਹਿਲੇ ਸਮਿਆਂ ਵਿੱਚ ਬੱਚਿਆਂ ਦੇ ਸਿਰ ਨੂੰ ਮੁੰਨ ਦਿੰਦੇ ਸੀ, ਉਹਨੂੰ ਕਹਿੰਦੇ ਸੀ ਮੁੰਡਨ ਕਿਰਿਆ। ਤੇ ਉਹ ਗੁਰਮੁਖੋ ਅੱਜ ਵੀ ਇੱਕ ਬਹੁਤ ਵੱਡਾ ਧੰਦਾ ਚੱਲਦਾ ਹੈ। ਬਹੁਤ ਐਸੇ ਸਥਾਨ ਨੇ ਜਿੱਥੇ ਮੁੰਡਨ ਕਿਰਿਆ ਹੁੰਦੀ ਹੈ, ਖਾਸ ਕਰਕੇ ਹਿੰਦੂ ਧਰਮ ਵਿੱਚ। ਤੇ ਉਹ ਵਾਲ ਅੱਗੇ ਲੱਖਾਂ ਦੇ ਵੇਚੇ ਜਾਂਦੇ। ਇਹ ਇੱਕ ਧੰਦਾ ਹੈ ਮੁੰਡਨ ਕਿਰਿਆ ਦਾ। ਤੇ ਇਹ ਕਿਹਾ ਜਾਣਾ ਜੀ ਵਾਲ ਪਹਿਲਾਂ ਲਹਾਓ ਇਹਦੇ। ਇਹ ਭਰਮ ਦੇਖਿਆ ਕਈ ਸਿੱਖ ਪਰਿਵਾਰਾਂ ਵਿੱਚ ਵੀ। ਨਹੀਂ ਭਾਈ, ਜੋ ਪਰਮੇਸ਼ਰ ਵਾਹਿਗੁਰੂ ਨੇ, ਇਹ ਦਾਤ ਹੈ ਉਸ ਪ੍ਰਮਾਤਮਾ ਦੀ, ਕੇਸ ਗੁਰੂ ਕੀ ਮੋਹਰ ਹੈ। ਫਿਰ ਮਹਾਰਾਜ ਕਹਿੰਦੇ ਮੁੰਡਨ, ਇਹ ਮੁੰਡਨ ਤੋਂ ਹੀ ਮੁੰਡਾ ਸ਼ਬਦ ਬਣਿਆ ਨਾ। ਮੁੰਡਨ ਕਿਰਿਆ, ਮੁੰਨਣ ਦੀ ਕਿਰਿਆ। ਪੁਨ ਮੁੰਡਨ ਕੀ ਰੀਤੀ ਜੋਏ। ਜਿਹੜੀ ਇਹ ਮੁੰਡਨ ਦੀ ਰੀਤੀ ਹੈ, ਭਲੀ ਨਾਹੇ ਕਰਬੇ ਚਿਤ ਜੋਏ। ਮਹਾਰਾਜ ਕਹਿੰਦੇ ਭਾਈ ਇਹ ਤਾਂ ਬਿਲਕੁਲ ਵੀ ਚਿੱਤ ਵਿੱਚ ਜਾਣ ਲੈ, ਕਰਨੀ ਚੰਗੀ ਨਹੀਂ ਹੈ। ਮੁੰਡਨ ਕਿਰਿਆ ਤੇ ਕਰਨੀ ਨਹੀਂ ਚਾਹੀਦੀ ਹੈ। ਜੋ ਪਰਮਾਤਮ ਰੂਪ ਬਨਾਇਓ, ਜੋ ਪਰਮੇਸ਼ਰ ਨੇ ਰੂਪ ਬਣਾਇਆ ਹੈ, ਨਹਿ ਚਾਹੀਏ ਤਿਸ ਬਾਦ ਘਟਾਇਓ। ਉਹਦੇ ਵਿੱਚ ਸਾਨੂੰ ਕੋਈ ਵਾਧਾ ਘਾਟਾ ਨਹੀਂ ਕਰਨਾ ਚਾਹੀਦਾ। ਗੁਰੂ ਨਾਨਕ ਕੀ ਆਗਿਆ ਏਈ। ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਇਹੀ ਆਗਿਆ ਹੁਕਮ ਹੈ। ਰਹਿ ਸਕੇਸ ਸਿੱਖ ਹੈ ਸਈ। ਕਿ ਭਾਈ ਜਿਹੜਾ ਸਹਿਤ ਕੇਸਾਂ ਦੇ ਰਹੇ ਉਹੀ ਮੇਰਾ ਸਿੱਖ ਹੈ। ਸੁਨ ਸੀਹੇ ਭੈ ਧਾਰ ਵਡੇਰੂ। ਇਹ ਸੁਣ ਕੇ ਸੀਹੇ ਉੱਪਲ ਨੇ ਮਨ ਵਿੱਚ ਬਹੁਤ ਵੱਡਾ ਭੈ ਧਾਰਿਆ ਹੈ। ਕਹਿਓ ਕਰੋ ਜਸ ਆਇਸ ਤੇਰੂ। ਕਿਹਾ ਹੈ ਸੱਚੇ ਪਾਤਸ਼ਾਹ, ਜਿਵੇਂ ਤੁਹਾਡਾ ਹੁਕਮ ਹੈ ਉਸੇ ਤਰ੍ਹਾਂ ਹੀ ਕਰਾਂਗਾ। ਜਿਮ ਇਹੋ ਜੀਵ ਘਾਤ ਨਹਿ ਹੋਵੇ। ਮਹਾਰਾਜ ਜੀ, ਜਿਸ ਤਰ੍ਹਾਂ ਇਹ ਜੀਵ ਘਾਤ, ਜੀਵ ਹੱਤਿਆ ਨਾ ਹੋਵੇ। ਨਹੀਂ ਜਠੇਰਨ ਕੋ ਦੁੱਖ ਜੋਵੇ। ਤੇ ਮਹਾਰਾਜ ਨੂੰ ਸਾਨੂੰ ਭਰਮ ਇਹੀ ਹੈ ਵੀ ਸਾਡੇ ਕਿਤੇ ਵੱਡਿਆਂ ਨੂੰ ਦੁੱਖ ਨਾ ਮਿਲੇ ਜੇ ਅਸੀਂ ਆ ਰੀਤੀ ਛੱਡਤੀ। ਜਠੇਰਨ ਆ ਬੜੇ ਜਗ੍ਹਾ ਤੇ ਆਪਣੇ ਘੱਟ ਆ, ਇੱਧਰ ਨੂੰ ਆ ਚਲੇ ਜਾਓ ਦੁਆਬੇ 'ਚ, ਉੱਥੇ ਥਾਂ ਥਾਂ ਉਹੀ ਹੈ ਬੋਰਡ ਜੇ ਲੱਗਿਆ, ਫਲਾਣੇ ਗੋਤ ਦੇ ਜਠੇਰੇ, ਢਮਕਾਣੇ ਗੋਤ ਦੇ ਜਠੇਰੇ। ਵੀ ਆਉਂਦਾ ਫਿਰ ਮੁੱਕਣਾ ਨਹੀਂ ਹੈ, ਪੀੜ੍ਹੀ ਦਰ ਪੀੜ੍ਹੀ ਜਠੇਰਾ ਤਾਂ ਵਧੀ ਜਾਣਾ ਕੰਮ। ਬਜ਼ੁਰਗ ਚੜ੍ਹਾਈ ਕਰੀ ਜਾਂਦੇ ਆ, ਬੱਚੇ ਅੱਗੇ ਨਵੇਂ ਪੈਦਾ ਹੋ ਜਾਂਦੇ, ਫਿਰ ਜਠੇਰੇ ਦਾ ਗਿਣਤੀ ਨਹੀਂ ਹੋਣੀ। ਇਹ ਵੀ ਭਰਮ ਹੈ। ਗੁਰੂ ਕੇ ਸਿੱਖ ਨੇ ਕੋਈ ਇਸ ਤਰ੍ਹਾਂ
ਜਠੇਰਿਆਂ ਦੇ ਬਣਾ ਬਣੂ ਕੇ ਜਗ੍ਹਾ ਬਿਲਕੁਲ ਕੋਈ ਪੂਜਾ ਨਹੀਂ ਕਰਨੀ ਵੀ ਆ ਸਾਡੇ ਵੱਡਿਆਂ ਦੀ ਜਗ੍ਹਾ ਹੈ। ਨਹੀਂ ਭਾਈ, ਸਾਡੇ ਵੱਡੇ ਤਾਂ ਸਾਡੇ ਸ਼ਹੀਦ, ਜਿਨ੍ਹਾਂ ਨੇ ਪੰਥ ਕੌਮ ਗੁਰੂ ਦੇ ਪਿਆਰ ਵਿੱਚ ਸ਼ਹੀਦੀਆਂ ਦਿੱਤੀਆਂ, ਜਾਂ ਗੁਰੂ ਮਹਾਰਾਜ ਦੇ ਸਮੇਂ, ਗੁਰੂ ਸਾਹਿਬ ਤੋਂ ਬਾਅਦ ਇਹ ਗੁਰੂ ਮਹਾਰਾਜ, ਇਹ ਜਿਵੇਂ ਗੁਰੂ ਇਤਿਹਾਸ। ਸਭ ਤੋਂ ਵੱਡਾ ਸਾਡਾ ਕੌਣ ਹੈ? ਸਭ ਤੋਂ ਵੱਡਾ ਸਤਿਗੁਰ ਨਾਨਕ। ਐਡੂ ਵੱਡਾ ਵਡੇਰਾ ਕੌਣ ਹੋਊ ਭਾਈ? ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਮੰਨਣਾ ਹੈ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨਗੇ, ਗੁਰੂ ਵੱਡਾ ਹੈ। ਫਿਰ ਉਹ ਸ਼ਹੀਦ ਜਿਨ੍ਹਾਂ ਨੇ ਵਾਕਈ ਸ਼ਹੀਦੀਆਂ, ਐਵੇਂ ਨਹੀਂ ਆਪਦੀ ਮਰਜ਼ੀ ਨਾਲ ਧਮਕਾਣਾ ਸ਼ਹੀਦ। ਉਹ ਸ਼ਹੀਦ ਜਿਹੜਾ ਗੁਰੂ ਪ੍ਰੇਮ ਦੇ ਵਿੱਚ ਭਿੱਜ ਕਰਕੇ ਧਰਮ ਦੇ ਵਾਸਤੇ ਆਪਣੇ ਸਰੀਰ ਦੇ ਤੋਂ ਵੀ ਉੱਪਰ ਉੱਠ ਕੇ ਆਪਾ ਵਾਰ ਦਿੰਦਾ ਹੈ। ਗੁਰੂ ਪ੍ਰੇਮ ਵਿੱਚ ਸਰੀਰ ਦਾ ਮੋਹ ਵੀ ਛੱਡ ਕੇ ਆਪਾ ਵਾਰਦਾ, ਉਸ ਨੂੰ ਸ਼ਹੀਦ ਕਿਹਾ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਵੀ ਇਹ ਕੰਮ ਨਾ ਕਰ। ਕਹਿੰਦਾ ਜੀ ਜਿਵੇਂ ਤੁਹਾਡੀ ਆਗਿਆ ਹੈ, ਜਿਵੇਂ ਉਹ ਜੀਵ ਘਾਤ ਨਾ ਹੋਵੇ, ਨਹੀਂ ਜਠੇਰਨ ਕੋ ਦੁੱਖ ਜੋਵੈ। ਮਹਾਰਾਜ ਜੇ ਫਿਰ ਜੀਵ ਘਾਤ ਵੀ ਨਾ ਹੋਵੇ ਤੇ ਜਠੇਰਿਆਂ ਨੂੰ ਵੀ, ਸਾਡੇ ਵਡੇਰਿਆਂ ਨੂੰ ਵੀ ਕੋਈ ਦੁੱਖ ਨਾ ਮਿਲੇ। ਅਸ ਉਪਾਏ ਅਬ ਆਪ ਬਤਾਵੋ। ਇਸ ਤਰ੍ਹਾਂ ਦਾ ਉਪਾਅ ਸਤਿਗੁਰੂ ਤੁਸੀਂ ਦੱਸੋ। ਆਪਣੇ ਸੇਵਕ ਜਾਨ ਬਚਾਵੋ, ਤੇ ਆਪਣੇ ਸੇਵਕ ਜਾਣ ਕੇ ਸਾਨੂੰ ਬਚਾਓ ਜੀ। ਇਮ ਬੇਨਤੀ ਸੁਣ ਕੇ ਤਿਸ ਬੇਰੀ। ਇਸ ਤਰ੍ਹਾਂ ਬੇਨਤੀ ਸੁਣ ਕੇ ਉਸ ਸਮੇਂ ਭਏ ਕਿਰਪਾਲ ਭਨਿਓ ਬਚ ਫੇਰੀ। ਫਿਰ ਸਤਿਗੁਰੂ ਕਿਰਪਾਲੂ ਹੋਏ ਬਚਨ ਕਹੇ, ਹਮਰੇ ਆਗੇ ਕੇਸ ਰਖਾਵੋ। ਮਹਾਰਾਜ ਕਹਿੰਦੇ ਭਾਈ ਸਾਡੇ ਅੱਗੇ ਇਹ ਕੇਸ ਰੱਖਣੇ ਹਨ। ਭਾਵ ਸਾਡਾ ਬਚਨ ਹੈ ਵੀ ਕਿਸੇ ਦੇ ਵੀ ਕੇਸ ਕੱਟਣੇ ਨਹੀਂ। ਭਰਮ ਹਿਰਦੇ ਕੋ ਸਭੀ ਮਿਟਾਵੋ। ਸਾਰਾ ਹਿਰਦੇ ਦਾ ਭਰਮ ਮਿਟਾ ਦੇ। ਬਿਗਨ ਜਠੇਰਨ ਕੋ ਨਹਿ ਹੋਏ। ਇਹ ਗੁਰੂ ਕੇ ਕੇਸ ਗੁਰੂ ਦੇ ਅੱਗੇ ਸਮਰਪਿਤ, ਗੁਰੂ ਨੂੰ ਭਾਵੇਂ ਗੁਰੂ ਮਹਾਰਾਜ ਦੇ ਭੈ ਵਿੱਚ ਰੱਖਣੇ। ਇਹ ਸੀਸ ਗੁਰੂ ਅੱਗੇ ਨਿਵੇ। ਬਿਗਨ ਜਠੇਰਨ ਕੋ, ਕੋਈ ਤੁਹਾਡੇ ਵੱਡਿਆਂ ਨੂੰ ਵੀ ਬਿਗਨ ਨਹੀਂ ਹੋਵੇਗਾ। ਸਿਮਰੋ ਸਤਿਨਾਮ ਦੁੱਖ ਖੋਏ। ਵਾਹਿਗੁਰੂ ਪਰਮੇਸ਼ਰ ਦੇ ਸੱਚੇ ਨਾਮ ਦਾ ਸਿਮਰਨ ਕਰੋ, ਦੁੱਖ ਨਾਸ਼ ਹੋਣਗੇ। ਜਿਨ ਕੋ ਦੁਖਦਾਇਕ ਤੂੰ ਜਾਣੈ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਤੂੰ ਦੁਖਦਾਇਕ ਜਾਣਦਾ, ਵੀ ਆਹ ਮੇਰਾ ਦੁੱਖ ਦੂਰ ਕਰੂ, ਸੋ ਤੇਰੇ ਸਭ ਬਿਗਨਨ ਹਨ। ਉਹ ਤਾਂ ਸਾਰੇ ਤੈਨੂੰ ਬਿਗਨ ਪਾਉਣ ਵਾਲੇ ਹਨ। ਜਿਨ ਕੋ ਦੁਖਦਾਇਕ ਤੂੰ ਜਾਣੈ, ਜਾਂ ਜਿਹੜੀਆਂ ਗੱਲਾਂ ਨੂੰ ਤੂੰ ਕਹਿੰਦਾ ਵੀ ਇਹਦੇ ਨਾਲ ਮੈਨੂੰ ਦੁੱਖ ਨਾ ਮਿਲ ਜੇ, ਦੁੱਖ ਦੇਣ ਵਾਲੀਆਂ ਜਾਣਦਾ, ਸੋ ਤੇਰੇ ਬਿਗਨ, ਸਾਰੇ ਤੇਰੇ ਬਿਗਨ ਨਾਸ਼ ਕਰ ਦਿੱਤੇ। ਅਸ ਕਹਿ ਸਤਿਗੁਰ ਆਏ ਖਡੂਰ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਖਡੂਰ ਸਾਹਿਬ ਆ ਗਏ ਹਨ। ਭਾ ਆਨੰਦਪੁਰ ਮੈਂ ਤਬ ਭੂਰ। ਤਾਂ ਭਾਈ ਉਸ ਪੁਰੀ ਦੇ ਵਿੱਚ ਬਹੁਤ ਵੱਡਾ ਆਨੰਦ ਹੋ ਗਿਆ। ਖਹਿਰੇ ਰਾਹਕ ਸਭ ਨਰ ਨਾਰੀ। ਖਹਿਰੇ ਕਰਸਾਨ ਹੋਰ ਸਭ ਮਾਈ ਭਾਈ। ਮਿਲ ਆਏ ਸਤਿਗੁਰ ਦਰਬਾਰੀ। ਸਾਰੇ ਮਿਲ ਕੇ ਗੁਰੂ ਕੇ ਦਰਬਾਰ ਵਿੱਚ ਪਹੁੰਚੇ ਹਨ। ਪੰਚਾਮ੍ਰਿਤ ਤਬ ਬਹੁ ਕਰਵਾਇਓ। ਬਹੁਤ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ। ਹਾਥ ਜੋੜ ਸਭ ਬਿਨੈ ਅਲਾਇਓ। ਹੱਥ ਜੋੜ ਕੇ ਸਭ ਨੇ ਬੇਨਤੀ ਕੀਤੀ ਹੈ। ਇਉਂ ਮਹਾਰਾਜ ਅੱਗੇ ਅਰਦਾਸ ਕੀਤੀ, ਹੇ ਸਤਿਗੁਰ ਹਮ ਸਿੱਖ ਤੁਹਾਰੇ। ਹੇ ਸਤਿਗੁਰੂ ਅਸੀਂ ਤੁਹਾਡੇ ਸਿੱਖ ਹਾਂ। ਚਰਨ ਅੰਮ੍ਰਿਤ ਦੇ ਕਰੋ ਸੁਧਾਰੇ। ਸਾਨੂੰ ਚਰਨ ਅੰਮ੍ਰਿਤ ਦੇ ਕਰਕੇ ਮਹਾਰਾਜ ਸਾਡਾ ਸੁਧਾਰ ਕਰੋ। ਸ਼ਰਧਾ ਦੇਖ ਗੁਰੂ ਕਿਰਪਾਲ। ਗੁਰੂ ਕਿਰਪਾਲੂ ਇਹਨਾਂ ਦੀ ਸ਼ਰਧਾ ਵੇਖ ਕੇ ਚਰਨ ਅੰਮ੍ਰਿਤ ਦੇ ਕੀਨ ਨਿਹਾਲ। ਉਹਨਾਂ ਨੂੰ ਭਾਈ ਚਰਨ ਅੰਮ੍ਰਿਤ ਦੇ ਕੇ ਨਿਹਾਲ ਕੀਤਾ। ਤਹਿ ਦਿਨ ਤੇ ਖਹਿਰੇ ਸਿੱਖ ਭਏ। ਉਸ ਦਿਨ ਤੋਂ ਇਹ ਖਹਿਰੇ ਭਾਈ ਫਿਰ ਗੁਰੂ ਕੇ ਸਿੱਖ ਬਣ ਗਏ। ਬਸ ਖਡੂਰ ਮਹਿ ਸੁਖ ਸਭ ਲਹੇ। ਖਡੂਰ ਸਾਹਿਬ ਵਿੱਚ ਮਹਾਰਾਜ ਕੋ ਬਸੇ ਸਾਰੇ ਸੁੱਖ ਲੈਂਦੇ ਹਨ। ਉਤ ਸੀਹਾ ਗੁਰ ਤੇ ਜਬ ਗਇਓ।
ਉਧਰ ਸ਼ੀਹਾਂ ਉੱਪਲ ਜਦੋਂ ਗੁਰੂ ਸਾਹਿਬ ਕੋਲੋਂ ਗਿਆ, ਮਨ ਮੈਂ ਧਾਰ ਅਜਨ ਤਜ ਦਇਓ। ਅਜਨ ਕਹਿੰਦੇ ਨੇ, ਅਜਾ ਨਾਮ ਬੱਕਰੇ, ਬੱਕਰਿਆਂ ਨੂੰ ਭਾਈ ਸਾਰਿਆਂ ਨੂੰ ਗੁਰੂ ਦਾ ਉਪਦੇਸ਼ ਮਨ ਵਿੱਚ ਧਾਰ ਕੇ ਛੱਡ ਦਿੱਤਾ। ਜਾਏ ਸਦਨ ਸਭ ਜੇਤਕ ਤਿਆਰੀ, ਤੇ ਜਾ ਕੇ ਘਰ ਵਿੱਚ ਜੋ ਸਭ ਤਿਆਰੀ, ਆਨਤ ਭਾ ਗੁਰ ਘੇਰ ਅਗਾਰੀ। ਤੇ ਤਿਆਰੀ ਕੀਤੀ ਗੁਰੂ ਸਾਹਿਬ, ਫਿਰ ਆਪ ਗਏ ਉਸ ਦੇ ਘਰ, ਆਪਣੇ ਬੰਧੂ ਤਹਾਂ ਹਕਾਰੇ। ਇਤਿਹਾਸ ਵਿੱਚ ਆਉਂਦਾ, ਮਹਾਰਾਜ ਨੇ ਕਿਹਾ ਤੂੰ ਖਡੂਰ ਸਾਹਿਬ ਹੀ ਸਾਰਾ ਪ੍ਰੋਗਰਾਮ ਕਰ, ਉੱਥੇ ਹੀ ਆ ਜੀ। ਇਹ ਫਿਰ ਗੁਰੂ ਮਹਾਰਾਜ ਦੇ ਦਰ ਤੇ ਸਾਰੇ ਸੰਬੰਧੀ ਬੰਧੂ ਸੱਦ ਲਏ। ਬਹੁਰ ਪੁੱਤਰ ਕੋ ਸ੍ਰੀ ਗੁਰਦੁਆਰੇ, ਫਿਰ ਪੁੱਤਰ ਨੂੰ ਭਾਈ ਸ੍ਰੀ ਗੁਰੂ ਮਹਾਰਾਜ ਦੇ ਦਰ ਤੇ ਦਦ ਸੋ ਕਹਿ ਗੁਰ ਸੀਸ ਤੁਵਾਵਾ। ਗੁਰੂ ਮਹਾਰਾਜ ਜੀ ਨੇ ਦਦ ਸੋ, ਦਦ ਨਾਮ ਇੱਥੇ ਦਹੀਂ ਹੈ, ਦਹੀਂ ਦੇ ਨਾਲ ਜਿਹੜਾ ਹੈ ਗੁਰੂ ਸਾਹਿਬ ਨੇ ਕਹੇ ਕਿ ਉਹਦਾ ਸਿਰ ਧਵਾਇਆ ਹੈ। ਸਿਰੋਂ ਪਾਏ ਦੇ ਸਿਰ ਬੰਧਵਾਵਾ, ਤੇ ਆਪ ਮਹਾਰਾਜ ਨੇ ਸਰੋਪਾ ਦੇ ਕੇ ਉਸ ਬੱਚੇ ਦੇ ਸਿਰ ਤੇ ਬੰਧਾਇਆ ਹੈ। ਪੁਰੀ ਤਿਹਾਵਲ ਦੀਨ ਆਹਾਰ, ਤੇ ਫਿਰ ਪੁਰੀ ਭਾਵ ਪੂੜੀਆਂ ਤੇ ਹੋਰ ਕੜਾਹ ਪ੍ਰਸ਼ਾਦ ਤਿਹਾਵਲ ਸਭ ਭੋਜਨ ਛਕਾਇਆ। ਰੁਚ ਕਰ ਖਾਇਓ ਸਭ ਪਰਿਵਾਰ, ਸਾਰੇ ਪਰਿਵਾਰ ਸੰਬੰਧੀਆਂ ਨੇ ਰੁਚੀ ਨਾਲ ਖੁਸ਼ ਹੋ ਕੇ ਛਕਿਆ ਹੈ। ਸਿੱਖ ਸੰਗਤ ਸਭ ਹੂਨ ਚਾਵਾ, ਸਾਰੀਆਂ ਸਿੱਖ ਸੰਗਤਾਂ ਨੂੰ ਛਕਾਇਆ। ਬਿਗਨ ਕਛੂ ਨਹਿ ਹੋਵਨ ਪਾਵਾ, ਕੋਈ ਭਾਈ ਬਿਗਨ ਨਹੀਂ ਉਸ ਨੂੰ ਹੋਇਆ ਹੈ, ਕੋਈ ਉਹਦਾ ਐਵੇਂ ਦੁਨੀਆ ਕਹਿੰਦੀ ਆਹ ਨੁਕਸਾਨ ਹੋ ਜੂ, ਐ ਕੁਛ ਨਹੀਂ ਹੋਇਆ। ਸਤਿਗੁਰ ਕੋ ਪ੍ਰਤਾਪ ਅਤ ਭਾਰੀ, ਕਿਉਂਕਿ ਸਤਿਗੁਰੂ ਦਾ ਜਿਹੜਾ ਪ੍ਰਤਾਪ ਹੈ ਉਹ ਸਭ ਤੋਂ ਵੱਡਾ ਹੈ। ਬਿਗਨ ਕਾਰ ਹੋਏ ਰਖਵਾਰੀ, ਤੇ ਸਤਿਗੁਰੂ ਬਿਗਨਾਂ ਤੋਂ ਸਾਰਿਆਂ ਤੋਂ ਰੱਖਣ ਵਾਲੇ ਆਪ ਹੀ ਹੋਏ। ਪੂਰਨ ਸਕਲ ਕਾਜ ਤਿਨ ਰਰਿਓ, ਉਹਦਾ ਭਾਈ ਫਿਰ ਸਾਰਾ ਕਾਰਜ ਜਿਹੜਾ ਹੈ ਉਹ ਇਸ ਤਰ੍ਹਾਂ ਪੂਰਨ ਸਕਲ ਕਾਜ ਹੋਇਆ। ਤੇ ਸਤਿਗੁਰਾਂ ਨੇ ਜੋ ਬਚਨ ਕਹੇ, ਸ੍ਰੀ ਗੁਰ ਪੰਥ ਹਿਰਦੈ ਦ੍ਰਿੜ ਧਰਿਓ, ਸਾਰਿਆਂ ਨੇ ਗੁਰੂ ਕੇ ਪੰਥ ਨੂੰ ਹਿਰਦੇ ਵਿੱਚ ਦ੍ਰਿੜ ਕੀਤਾ, ਗੁਰੂ ਦੇ ਦੱਸੇ ਮਾਰਗ ਨੂੰ ਅਪਣਾਇਆ। ਭਇਓ ਸਿੱਖ ਸੰਬੰਧਨ ਜੁਗਤ, ਇਹ ਸਾਰੇ ਸੰਬੰਧੀਆਂ ਸਮੇਤ ਸਭ ਮਹਾਰਾਜ ਦੇ ਸਿੱਖ ਬਣੇ। ਅੰਤ ਕਾਲ ਪਦ ਲੀਨ ਸੁਮੁਕਤ, ਅੰਤ ਦੇ ਸਮੇਂ ਭਾਈ ਸ੍ਰੇਸ਼ਟ ਮੁਕਤੀ ਦਾ ਪਦ ਸਭ ਨੂੰ ਪ੍ਰਾਪਤ ਹੋਇਆ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ, ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਦੁਤੀਏ ਮਹੱਲੇ ਦੂਜੇ ਮਹੱਲੇ ਦੇ ਸ੍ਰੀ ਖਡੂਰ ਆਗਮਨ ਪ੍ਰਸੰਗ ਵਰਣਨ, ਜੋ ਸ੍ਰੀ ਖਡੂਰ ਸਾਹਿਬ ਆਉਣ ਦਾ ਪ੍ਰਸੰਗ ਵਰਣਨ ਕੀਤਾ ਹੈ। ਨਾਮ 13ਵਾਂ ਮੰਦਰ ਹੈ। ਇਹ ਭਾਈ 13ਵੇਂ ਘਰ ਦਾ ਪ੍ਰਸੰਗ ਹੈ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।